परस मिटै सोग। शाहे जाति एकता अनेकता बुलाए जाति। होवती कुचीलता किताबन कुरान की। पाप ही प्रपक जाते धर्म तसक जाते। बारनग रख जाते साहत विधान की। देवी देव देहो रे संतोख सिंह दूर होते। रीत मेट जाति कथा वेदन पुराण की। श्री गुरु गोबिंद सिंह पावन परम सूर। मूरत न होती जो पै करुणा निदान की। गगन दमामा बाजो परयो निशान काओ। खेत जो मांड्यो सूरमा अब जूझन को तराओ। सूरा सो पहचानिया जो लरै दीन के तो। पुरजा पुरजा कटमर कबू न छड़ खेत। होवै सिफत कसम दी नूरे अरसों कुरसों चटिया। तुद डिठे सचे पातशाह माल जन्म जन्म दी कटिया। तुद डिठे सचे पातशाह माल जन्म जन्म दी कटिया। रिपू बीच चली शुदा ते बेहली। मिले पास ख्वाजे किते सैल राजे। वाहिगुरु जी का खालसा वाहिगुरु जी की फतेह। पतत पावन कृपा निधान सतगुरु गुरु ग्रंथ साहिब जी। ऐसे सतगुरां दी पावन पवित्र हजूरी अंदर विराजमान हो रही गुरु की संगत। सतगुरु जी ने सतसंगत दा समा सानू बख्शिश किया है। जिनके भाग बड़े हैं भाई तिन मुख साधु संग जुरे। वड्डियां भागां नाल साध संगत विच आके अपना सीस जुड़िया है। संगत विच आके बैठे हाँ। गुरु गोबिंद सिंह महाराज जी दे जीवन का इतिहास आपां सरवण कर रहे सी। चमकौर दी गढ़ी दे अंदर महाराज साहब जी 40 ਸਿੰਘਾਂ दे नाल मुगलों की फौज के नाल जंग करने वास्ते डटे ने। नाहर खान नाम का एक पठान है मन में सोचता है मैं गढ़ी के अंदर चले जावां सारी फौज मैनू देखती पई है। मेरा बड़ा वड्डा नाम बन जाएगा कि ये नाहर खान गढ़ी के अंदर पहुँचया है। पहली कंध गढ़ी की टप के अंदर वड़िया। गुरु गोबिंद सिंह पातशाह की नज़र पई है। महाराज साहब जिया ने उस वेले तीर चलाया तो नाहर खान की छाती नूं पाड़दा होया तीर पार होया। वाहिगुरू। नाहर खान ये पहली कंध दे नाल ही डिग के मौत नूं प्राप्त होया। इस तो बाद विच गैरत खान नाम का एक होर पठान है बड़ा बल वाला। ये अगे वधिया क्योंकि फौज का सब तो वड्डा स्पेसलार ख्वाजा मरदूद इस वेले कंध नाल लम्मे पै के अपनी जान बचाउंदा पिया। जदों गैरत खान अगे वधिया महाराज की निगाह पई है। सतगुरां ने एक तीर होर अपनी म्यान अपनी कमान विचों बख्शिया।
ਗੈਰਤ ਖਾਨ ਨੂੰ ਵੀ ਇੱਕ ਤੀਰ ਦੇ ਨਾਲ ਮਹਾਰਾਜ ਨੇ ਸਦਾ ਦੀ ਨੀਂਦ ਸੁਆ ਦਿੱਤਾ ਹੈ। ਉਸ ਵੇਲੇ ਮੁਗਲਾਂ ਦੇ ਜਰਨੈਲਾਂ ਨੇ ਇਹ ਸਲਾਹ ਕੀਤੀ ਹੈ ਵੀ ਸਾਰੇ ਜਾਣੇ ਇਕੱਠੇ ਹੋ ਕੇ ਗੜੀ 'ਤੇ ਹਮਲਾ ਕਰੀਏ। ਮਹਾਰਾਜ ਦੇ ਕਿੰਨੇ ਕੁ ਸਿੰਘ ਅੱਗੋਂ ਆਪਾਂ ਨੂੰ ਰੋਕ ਲੈਣਗੇ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਜਦੋਂ ਹਮਲਾ ਕਰਨ ਵਾਸਤੇ ਗੜੀ ਵਾਲੇ ਪਾਸੇ ਆਏ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਆਉਂਦੀ ਹੋਈ ਇੰਨੀ ਵੱਡੀ ਫੌਜ ਨੂੰ ਰੋਕਣ ਵਾਸਤੇ ਆਪਣੇ ਤੀਰ ਕਮਾਨ ਦੇ ਵਿੱਚ ਮਹਾਰਾਜ ਸਾਹਿਬ ਜੀਆਂ ਨੇ ਦੋ ਦੋ ਇਕੱਠੇ ਤੀਰ ਰੱਖ ਕੇ ਚਲਾਏ। ਇੰਨੇ ਵੀਰ ਰਸ ਦੇ ਨਾਲ ਉਹ ਤੀਰ ਚੱਲੇ ਕਿ ਇੱਕ ਤੀਰ ਮਹਾਰਾਜ ਦਾ 10 ਜਾਣਿਆਂ ਨੂੰ ਮਾਰ ਕੇ ਪਾਰ ਲੰਘ ਜਾਂਦਾ ਹੈ। ਦੋ ਦੋ ਇਕੱਠੇ ਤੀਰ ਚੱਲੇ ਨੇ, 20 ਮੁਗਲ ਇਕੱਠੇ ਹੀ ਮੌਤ ਨੂੰ ਪ੍ਰਾਪਤ ਹੁੰਦੇ ਪਏ, ਸਰੀਰਾਂ ਦੇ ਢੇਰ ਲੱਗ ਗਏ। ਹੁਣ ਮੁਗਲਾਂ ਦੀ ਫੌਜ ਜਾਨ ਬਚਾਉਣ ਵਾਸਤੇ ਗੜੀ ਵਾਲਾ ਪਾਸਾ ਛੱਡ ਕੇ ਪਿੱਛੇ ਨੂੰ ਦੌੜਦੀ ਪਈ ਹੈ। ਇਸ ਤਰ੍ਹਾਂ ਦਾ ਵੱਡਾ ਜੰਗ ਮਹਾਰਾਜ ਸਾਹਿਬ ਜੀ ਨੇ ਕਰਕੇ ਵਿਖਾਇਆ ਹੈ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ ਹਾਂ। ਅੱਗੇ ਜਿਵੇਂ ਮਹਾਰਾਜ ਦੇ ਸੂਰਮੇ ਲੜਨਗੇ, ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਜਾਣਗੇ, ਉਹ ਅੱਜ ਆਪਾਂ ਇਤਿਹਾਸ ਸਰਵਣ ਕਰਾਂਗੇ। ਸਰੀਰ ਕਰਕੇ ਬੈਠੇ ਹਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ, ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਿਪੂ ਵਿੱਚ 40 ਸੁਦਾ ਤੇ ਬਿਹਾਲੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੇਵਲ 40 ਸਿੰਘ ਉਹ ਵੀ ਭੁੱਖੇ ਨੇ। ਤੇ ਇਤਿਹਾਸ ਵਿੱਚ ਆਪਾਂ ਇਹ ਬਚਨ ਸਰਵਣ ਕਰ ਆਏ ਹਾਂ ਕਿ ਉਹਦੇ ਵਿੱਚੋਂ ਵੀ ਕੁਝ ਸਿੰਘ ਸ਼ਹਾਦਤ ਪਾ ਗਏ। ਜਿਵੇਂ 5 ਮੁਕਤੇ ਵੀ ਸ਼ਹੀਦ ਹੋ ਗਏ ਨੇ, 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਵੀ ਸ਼ਹੀਦ ਹੋ ਗਏ ਨੇ। ਇਸ ਤਰ੍ਹਾਂ ਹੋਰ ਵੀ ਕਈ ਮਹਾਰਾਜ ਦੇ ਸਿੰਘ ਬਾਹਰ ਜਾ ਕੇ ਜੰਗ ਮੈਦਾਨ ਵਿੱਚ ਲੜ ਕੇ ਸ਼ਹਾਦਤ ਪਾ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੁਝ ਕੁ ਸਿੰਘ ਨੇ ਉਹ ਵੀ ਭੁੱਖੇ ਨੇ, ਪਰ ਦੁਸ਼ਮਣ ਦੀ ਫੌਜ ਬਹੁਤ ਵੱਡੀ ਹੈ। ਮਿਲੇ ਪਾਸ ਖਵਾਜੇ ਕਿਤੇ ਸੈਲ ਰਾਜੇ। ਜਦੋਂ ਮਹਾਰਾਜ ਦੇ ਥੋੜੇ ਸਿੰਘ ਰਹਿ ਗਏ ਨੇ, ਕੁਝ ਸ਼ਹੀਦ ਹੋ ਗਏ ਨੇ, ਤੇ ਉਸ ਵੇਲੇ ਜਿਹੜੇ ਪਹਾੜੀ ਰਾਜੇ ਨੇ ਨਾ, ਸਲਾਹ ਕਰਨ ਵਾਸਤੇ ਖਵਾਜਾ ਮਰਦੂਦ ਸਭ ਤੋਂ ਵੱਡਾ ਜਰਨੈਲ ਹੈ ਫੌਜ ਦਾ। ਇਹ ਪਹਾੜੀ ਰਾਜੇ ਉਸ ਵੇਲੇ ਇਸ ਖਵਾਜਾ ਮਰਦੂਦ ਨਾਲ ਸਲਾਹ ਕਰਨ ਵਾਸਤੇ ਉਸ ਦੇ ਕੋਲ ਗਏ ਹਨ। ਤਵੈ ਸਿੰਘ ਔਰੇ ਰਸੇ ਪੌਰ ਠੌਰੇ। ਇਧਰੋਂ ਮਹਾਰਾਜ ਜੀਆਂ ਦੇ ਸਿੰਘ ਜਿਹੜੇ ਗੜੀ ਦੇ ਅੰਦਰ ਨੇ, ਬੜਾ ਵੀਰ ਰਸ ਚੜਿਆ ਹੈ, ਗੜੀ ਦੇ ਦਰਵਾਜ਼ੇ ਖੁੱਲੇ ਨੇ। ਮਹਾਰਾਜ ਦੇ ਸਿੰਘ ਇੱਕੇ ਵਾਰੀ ਭੱਜ ਕੇ ਗੜੀ ਤੋਂ ਬਾਹਰ ਨਿਕਲੇ ਹਨ। ਚਲੇ ਬਾਜ ਦੌਰੇ ਭਏ ਛਤਰ ਹੌਰੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਬਾਜ ਉੱਡ ਕੇ ਜਾਂਦਾ ਨਾ ਪੰਛੀ ਦੇ ਉੱਪਰ ਝਪਟ ਮਾਰਨ ਵਾਸਤੇ ਬੜੀ ਰਫ਼ਤਾਰ ਦੇ ਨਾਲ, ਇਸ ਤਰ੍ਹਾਂ ਮਹਾਰਾਜ ਜੀਆਂ ਦੇ ਸੂਰਮੇ ਗੜੀ ਦਾ ਦਰਵਾਜ਼ਾ ਖੁੱਲਿਆ ਤੇ ਬਾਜ ਦੇ ਵਾਂਗ ਬੜੀ ਰਫ਼ਤਾਰ ਦੇ ਨਾਲ ਵੈਰੀ ਦੇ ਉੱਪਰ ਹਮਲਾ ਕਰਨ ਵਾਸਤੇ ਚੱਲੇ ਹਨ। ਜਹਾਂ ਠੌਰ ਧਾਵੇਂ ਤੁਫੰਗਾਂ ਚੱਲਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਥਾਂ ਦੇ ਉੱਪਰ ਮਹਾਰਾਜ ਦੇ ਸਿੰਘ ਖੜ ਕੇ ਤੇ ਆਪਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਚਲਾਉਂਦੇ ਹਨ, ਕਿਲੇ ਕੋ ਤਕਾਵੇਂ ਚੜੈ ਹੱਥ ਪਾਵੇਂ। ਤੇ ਉਸ ਵੇਲੇ ਕੁਝ ਵੈਰੀ ਉਹ ਨੇ ਮੁਗਲ ਜਿਹੜੇ ਗੜੀ ਦੇ ਵੱਲ ਮੂੰਹ ਕਰਦੇ ਨੇ, ਤੱਕਦੇ ਨੇ ਵੀ ਛਾਲ ਮਾਰ ਕੇ ਗੜੀ ਦੀ ਕੰਧ ਤੇ ਚੜ ਜਾਈਏ। ਜੇ ਕੋਈ ਗੜੀ ਦੀ ਕੰਧ ਉੱਪਰ ਚੜਨ ਦਾ ਯਤਨ ਵੀ ਕਰਦਾ, ਮਹਾਰਾਜ ਦੇ ਸੂਰਮਿਆਂ ਦੀ ਕੋਈ ਨਜ਼ਰ ਪੈਂਦਾ ਹੈ, ਛੇਤੀ ਨਾਲ ਗੋਲੀ ਚਲਾ ਕੇ ਉਸ ਨੂੰ ਮੌਤ ਦੀ ਨੀਂਦ ਸਵਾ ਦਿੰਦੇ ਹਨ। ਤਹਾਂ ਕੋ ਪਿਆ ਨੇ ਨਿਕਾਰੀ ਕਿਰਪਾਨੇ। ਮਹਾਰਾਜ ਦੇ ਸੂਰਮੇ ਕਿ ਜਿਹੜਾ ਗੜੀ ਦੇ ਕੋਲ ਆਵੇਗਾ ਜਾਂ ਕੰਧ ਦੇ ਉੱਪਰ ਚੜਨ ਦਾ ਯਤਨ ਕਰੇਗਾ, ਉਸ ਪਾਸੇ ਨੂੰ ਆਪਣੀਆਂ ਨੰਗੀਆਂ ਤਲਵਾਰਾਂ ਹੱਥ ਵਿੱਚ ਫੜੀਆਂ ਹੋਈਆਂ ਤੇ ਦੌੜ ਕੇ ਉਸ ਪਾਸੇ ਚਲੇ ਜਾਂਦੇ ਜਿਸ ਪਾਸੇ ਤੋਂ ਵੈਰੀ ਹਮਲਾ ਕਰਨ ਵਾਸਤੇ ਗੜੀ ਦੇ ਨੇੜੇ ਆਉਂਦਾ ਹੈ। ਬਨੇ ਸਾਵਧਾਨੇ ਬਿਲੋਕੇ ਰਸਾਨੇ। ਮਹਾਰਾਜ ਸਾਹਿਬ ਜੀਆਂ ਦੇ ਸੂਰਮੇ ਇਸ ਵੇਲੇ ਬੜੇ ਸਾਵਧਾਨ ਨੇ। ਮਹਾਰਾਜ ਦਾ ਹੁਕਮ ਵੀ ਹੈ ਵੀ ਪਿਆਰਿਓ ਆਪਣੀ ਜਾਨ ਵੀ ਬਚਾਉਣੀ ਹੈ ਤੇ ਵੈਰੀ ਨੂੰ ਵੀ ਨਾਸ਼ ਕਰਨਾ। ਬਚਨ ਮੰਨਦਿਆਂ ਹੋਇਆਂ ਬੜੇ ਸਾਵਧਾਨ ਨੇ, ਪਰ ਦੁਸ਼ਮਣ ਨੂੰ ਬੜੇ ਗੁੱਸੇ ਦੇ ਨਾਲ ਆਪਣੇ ਮੋਰਚਿਆਂ ਵਿੱਚ ਬੈਠੇ ਵੇਖਦੇ ਪਏ ਹਨ। ਪਰੇ ਵੀਰ ਤਾਈ ਨਹੀਂ ਸ਼ੰਕ ਪਰ ਪਾਈ। ਜਦੋਂ ਵੈਰੀ ਮਾਰੇ ਠਾ ਜਾਂਦਾ ਹੈ, ਫਿਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਇੱਕੇ ਵਾਰੀ ਨਿਕਲਦੇ ਮੋਰਚਿਆਂ ਤੋਂ ਬਾਹਰ, ਗੜੀ ਦਾ ਦਰਵਾਜ਼ਾ ਖੁੱਲਦਾ ਹੈ ਤੇ ਵੈਰੀ ਦੇ ਉੱਪਰ ਜਾ ਕੇ ਟੁੱਟ ਕੇ ਹਮਲਾ ਕਰਦੇ ਹਨ। ਵੱਡੀ ਧੂਮ ਘਾਲੀ ਪਰੀ ਹਾਲ ਚਾਲੀ। ਇਸ ਤਰ੍ਹਾਂ ਦੇ ਨਾਲ ਮਹਾਰਾਜ ਦੇ ਸੂਰਮੇ ਬੜੀ ਧੁੰਮ ਮਚਾ ਦਿੱਤੀ ਹੈ ਜੰਗੇ ਮੈਦਾਨ ਦੇ ਅੰਦਰ। ਐਸਾ ਜੰਗ ਕੀਤਾ ਹੈ
ਇੰਨੀ ਹਲਚਲ ਮਚ ਗਈ ਹੈ ਫੌਜ ਦੇ ਅੰਦਰ ਵੀ ਉਸ ਫੌਜ ਨੂੰ ਸਾਂਭਿਆ ਨਹੀਂ ਜਾ ਸਕਦਾ ਹੈ। ਕਰਾ ਚੌਲ ਬਾਹੇ ਕਟੇ ਅੰਗ ਕਰਾ ਲਾਹੇ। ਚੌਲ ਨਾਮ ਗੁਰਮੁਖੋ ਸ੍ਰੀ ਸਾਹਿਬ ਦਾ ਤੇਗ ਦਾ ਹੈ। ਮਹਾਰਾਜ ਦੇ ਖਾਲਸੇ ਨੇ ਅੱਜ ਐਸੀ ਤੇਗ ਵਾਹੀ ਹੈ ਗੜੀ ਤੋਂ ਬਾਹਰ ਨਿਕਲ ਕੇ ਕਿ ਧਰਤੀ ਦੇ ਉੱਪਰ ਵੱਡੇ ਹੋਏ ਅੰਗ ਹੀ ਦਿਖਾਈ ਦਿੰਦੇ। ਕਿਤੇ ਕੋਈ ਲੱਤ ਪਈ ਹੈ, ਕਿਤੇ ਕੋਈ ਬਾਂਹ ਪਈ ਹੈ, ਕਿਤੇ ਕੋਈ ਸਿਰ ਪਿਆ ਹੋਇਆ। ਇਸ ਤਰ੍ਹਾਂ ਸਰੀਰ ਵੱਡੇ ਹੋਏ ਮੈਦਾਨ ਵਿੱਚ ਖਿਲਰੇ ਪਏ ਹਨ। ਤਤੰ ਕਾਲ ਡਿੱਗੇ ਘਨੇ ਸ਼੍ਰੋਣ ਭਾਈ ਭਿੱਗੇ। ਸੰਤੋਖ ਸਿੰਘ ਜੀ ਕਹਿਣ ਲੱਗੇ ਛੇਤੀ ਦੇ ਨਾਲ ਜਿਹਨੂੰ ਕਿਰਪਾਨ ਵੱਜਦੀ ਹੈ ਕਿਰਪਾਨ ਨੂੰ ਖੂਨ ਨਹੀਂ ਲੱਗਦਾ ਹੈ, ਇੰਨੀ ਰਫ਼ਤਾਰ ਦੇ ਨਾਲ ਸਰੀਰ ਚੋਂ ਪਾਰ ਨਿਕਲ ਜਾਂਦੀ ਹੈ। ਵੈਰੀ ਕਹਿਣ ਲੱਗੇ ਧਰਤੀ ਦੇ ਉੱਪਰ ਇਸ ਤਰ੍ਹਾਂ ਡਿੱਗਦੇ ਜਿਵੇਂ ਵੱਡੇ ਮਨਾਰਿਆਂ ਦੇ ਉੱਪਰ ਬਿਜਲੀ ਪੈ ਜਾਵੇ ਤੇ ਮਨਾਰੇ ਜਿਵੇਂ ਡਿੱਗਦੇ ਨੇ, ਇਸ ਤਰ੍ਹਾਂ ਦੇ ਵੱਡੇ ਵੱਡੇ ਆਕਾਰਾਂ ਦੇ ਜਿਹੜੇ ਸੂਰਮੇ ਨੇ ਉਹ ਮਰ ਮਰ ਕੇ ਧਰਤੀ 'ਚ ਮਿਲਦੇ ਪਏ ਹਨ। ਜਿੱਤੇ ਦੌਰ ਜਾਵੇਂ ਤਿੱਤੇ ਭਾਗ ਜਿਸ ਧਾਵੇਂ। ਪਾਸੇ ਨੂੰ ਮਹਾਰਾਜ ਦੇ ਸਿੰਘ ਭੱਜ ਕੇ ਪੈਂਦੇ ਨੇ, ਜੰਗ ਮੈਦਾਨ ਵਿੱਚ ਦਾ ਹੀ ਹੁੰਦਾ ਨਾ ਗੁਰਮੁਖੋ, ਜਿੱਧਰ ਨੂੰ ਲੱਗੇ ਜਿੱਧਰੋਂ ਵੇਖਦੇ ਮਹਾਰਾਜ ਦੇ ਸਿੰਘ ਵੀ ਇਸ ਪਾਸੇ ਵੈਰੀਆਂ ਦਾ ਬਹੁਤਾ ਜ਼ੋਰ ਹੈ, ਉਸ ਪਾਸੇ ਨੂੰ ਦੌੜ ਕੇ ਜਾਂਦੇ। ਜਿੱਧਰ ਨੂੰ ਖਾਲਸਾ ਦੌੜ ਕੇ ਜਾਂਦਾ ਹੈ ਉਸ ਪਾਸੇ ਤੋਂ ਮੁਗਲ ਭੱਜ ਕੇ ਆਪਣੀ ਜਾਨ ਬਚਾਉਂਦੇ ਹਨ। ਅਰੇ ਅਗਰ ਨਾਹੀ ਮਿਲੇ ਪੀਠ ਜਾਹੀ। ਮਹਾਰਾਜ ਸਾਹਿਬ ਜੀਆਂ ਦੇ ਸੂਰਮੇ ਗਿਣਤੀ ਵਿੱਚ ਥੋੜੇ ਨੇ, ਪਰ ਜੰਗ ਬੜਾ ਭਿਆਨਕ ਹੈ। ਮੁਗਲਾਂ ਦੇ ਸਿਪਾਹੀ ਜਿਸ ਪਾਸੇ ਖਾਲਸੇ ਲੜਦੇ ਨੇ ਉਧਰ ਮੂੰਹ ਨਹੀਂ ਕਰਦੇ, ਸਗੋਂ ਪਿੱਠ ਕਰਕੇ ਪਿੱਛੇ ਨੂੰ ਭੱਜ ਜਾਂਦੇ ਕਿ ਭੱਜ ਕੇ ਜਾਨ ਬਚਾਈਏ, ਅੱਗੇ ਜਾ ਕੇ ਮੌਤ ਪ੍ਰਾਪਤ ਹੋਵੇਗੀ। ਐਸੀ ਹਾਲਤ ਬਣੀ ਹੈ। ਲੀਏ ਸੇਲ ਭਾਲੇ ਹਨ ਆਨ ਜਾਲੇ। ਤੇ ਉਸ ਵੇਲੇ ਹੱਥਾਂ ਵਿੱਚ ਬਰਸ਼ੇ ਫੜੇ ਹੋਏ, ਬਰਸ਼ੀਆਂ ਫੜੀਆਂ ਹੋਈਆਂ ਤੇ ਜੰਗ ਦੇ ਵਿੱਚ ਇੱਕ ਦੂਜੇ ਦੇ ਉੱਪਰ ਚਲਾਉਂਦੇ ਹਨ। ਕਿਦਾਂ ਤਾਕ ਗੋਰੀ ਤਜੈ ਸਿੰਘ ਓਰੀ। ਜਾਂ ਫਿਰ ਗੁਰਮੁਖੋ ਵੀ ਤੱਕ ਕੇ ਵੈਰੀ ਦੇ ਵੱਲ ਤੇ ਬੰਦੂਕ ਵਿੱਚੋਂ ਬਹੁਤੀਆਂ ਗੋਲੀਆਂ ਚਲਾ ਦਿੰਦੇ ਰਹਿ ਹਨ। ਦੂਰ ਠਾਡੇ ਨਾ ਹੋਏ ਤੀਰ ਗਾਢੇ। ਜਦੋਂ ਮਹਾਰਾਜ ਦੇ ਸੂਰਮਿਆਂ ਨੇ ਐਸਾ ਜੰਗ ਕੀਤਾ ਹੈ, ਜਿਹੜੇ ਕੱਲ ਗੱਲਾਂ ਕਰਦੇ ਸਨ ਵੀ ਛੇਤੀ ਨਾਲ ਭੱਜ ਕੇ ਗੜੀ ਦੇ ਅੰਦਰ ਵੜ ਜਾਈਏ, ਇਕੱਠੇ ਹੀ ਹਮਲਾ ਕਰ ਦਈਏ, ਅੱਜ ਉਹ ਭੱਜ ਭੱਜ ਕੇ ਪਿੱਛੇ ਨੂੰ ਜਾਂਦੇ ਆਪਣੀ ਜਾਨ ਬਚਾਉਂਦੇ ਪਏ ਹਨ। ਮਹਾਂ ਤੇ ਜਵੰਤੇ ਬਿਲੋਕੈ ਲਰਨ ਤੇ। ਮਹਾਰਾਜ ਜੀਆਂ ਦੇ ਸੂਰਮੇ ਬੜੇ ਤੇਜ ਪ੍ਰਤਾਪ ਵਾਲੇ ਨੇ, ਬੜਾ ਜਲਾਲ ਇਸ ਵੇਲੇ ਚਿਹਰੇ ਦੇ ਉੱਪਰ ਹੈ, ਕਿਉਂਕਿ ਸ਼ਹਾਦਤ ਨੂੰ ਪ੍ਰਾਪਤ ਕਰਨਾ ਹੈ। ਤੇ ਕਹਿਣ ਲੱਗੇ ਸ਼ਹੀਦੀ ਦਾ ਰੰਗ ਅੱਜ ਚਿਹਰਿਆਂ ਦੇ ਉੱਪਰ ਚੜਿਆ ਪਿਆ ਹੈ। ਮਹਾਰਾਜ ਦੇ ਸੂਰਮਿਆਂ ਦੇ ਮੂੰਹ ਵੱਲ ਵੀ ਅੱਜ ਵੇਖਿਆ ਨਹੀਂ ਜਾਂਦਾ ਹੈ। ਦੋਹਰਾ ਇਸ ਪ੍ਰਕਾਰ ਕਮਸਾਨ ਕਰ ਤਜ ਗੜ ਬਾਹਰ ਆਏ। ਇਸ ਤਰ੍ਹਾਂ ਦੇ ਸੂਰਮੇ ਮਹਾਰਾਜ ਜੀਆਂ ਦੇ ਜੰਗ ਕਰਕੇ ਵੈਰੀ ਨੂੰ ਸੋਧ ਕੇ ਵੇਖਿਆ ਵੀ ਹੁਣ ਵੈਰੀ ਪਿੱਛੇ ਹਟ ਗਿਆ ਗੜੀ ਤੋਂ, ਫਿਰ ਭੱਜ ਕੇ ਆ ਕੇ ਗੜੀ ਦੇ ਵਿੱਚ ਵੜ ਗਿਆ। ਦਰਵਾਜ਼ੇ ਖੁੱਲ ਗਏ ਉਸੇ ਵੇਲੇ। ਵੈਰੀ ਨੂੰ ਸੋਧਾ ਲਾ ਕੇ ਨਾਸ ਕਰਕੇ ਜਿੰਨੇ ਕੋ ਸੂਰਮੇ ਬਾਹਰ ਨਿਕਲੇ ਸਨ ਹੁਣ ਦੌੜ ਕੇ ਫਿਰ ਗੜੀ ਦੇ ਅੰਦਰ ਆ ਗਏ ਹਨ। ਲਰੈ ਪ੍ਰਹਾਰੈ ਤੁਰਕ ਗਨ ਮਰੈ ਸਿੰਘ ਰਣ ਥਾਏ। ਕਹਿਣ ਲੱਗੇ ਵੀ ਇਸ ਵੇਲੇ ਮੁਗਲ ਵੀ ਵਾਰ ਕਰਦੇ ਨੇ, ਕੁਝ ਸਿੰਘ ਵੀ ਮਹਾਰਾਜ ਦੇ ਸ਼ਹਾਦਤ ਪਾ ਰਹੇ ਹਨ। ਅਰਧ ਸਿੰਘ ਪਹੁੰਚੇ ਸੁਰਗ ਅਰਧ ਗੁਰੂ ਕੇ ਤੀਰ। ਗੁਰੂ ਕੀ ਸੰਗਤ 40 ਸਿੰਘਾਂ ਵਿੱਚੋਂ ਲੜਦਿਆਂ ਲੜਦਿਆਂ 5 ਮੁਕਤੇ ਮਹਾਰਾਜ ਦੇ ਸ਼ਹੀਦੀ ਪਾ ਗਏ। 5 ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ ਸ਼ਹੀਦੀ ਪਾ ਗਏ। ਐਸੇ ਤਰ੍ਹਾਂ ਕੁਝ ਹੋਰ ਵੀ ਸਿੰਘ ਜੰਗ ਵਿੱਚ ਸ਼ਹੀਦ ਹੋ ਗਏ। 40 ਦੇ ਵਿੱਚੋਂ ਇਸ ਵੇਲੇ 20 ਸਿੰਘ ਮਹਾਰਾਜ ਦੇ ਸ਼ਹੀਦੀ ਪਾ ਗਏ ਨੇ ਤੇ 20 ਕੁ ਸਿੰਘ ਬਾਕੀ ਜਿਹੜੇ ਇਸ ਵੇਲੇ ਗੜੀ ਦੇ ਅੰਦਰ ਬੈਠੇ ਹੋਏ ਹਨ। ਉਭੈ ਪੁੱਤਰ ਰਸ ਵੀਰ ਮਹਿ ਚਲੇ ਚਾਹੇ ਲਰਨ ਬਰਗੀਰ। ਇਸ ਵੇਲੇ ਮਹਾਰਾਜ ਦਾ ਵੱਡਾ ਪੁੱਤਰ ਬਾਬਾ ਅਜੀਤ ਸਿੰਘ ਬੜਾ ਵੀਰ ਰਸ ਆਇਆ। ਸਾਡੇ ਨਾਲ ਦੇ 20 ਸੂਰਮੇ ਸ਼ਹਾਦਤ ਪਾ ਗਏ, 20 ਬਾਕੀ ਨੇ। ਬੜੇ ਵੀਰ ਰਸ ਵਿੱਚ ਹੁਣ ਬਾਬਾ ਅਜੀਤ ਸਿੰਘ ਜੀ ਚਾਹੁੰਦੇ ਨੇ ਵੀ ਮਹਾਰਾਜ ਮੈਨੂੰ ਆਗਿਆ ਦੇਣ ਤੇ ਮੈਂ ਵੀ ਰਣ ਤੱਤੇ ਵਿੱਚ ਜਾ ਕੇ ਵੈਰੀ ਦੇ ਨਾਲ ਜੰਗ ਕਰਕੇ ਸ਼ਹੀਦੀ ਪ੍ਰਾਪਤ ਕਰਾਂ। ਬਾਬਾ ਅਜੀਤ ਸਿੰਘ ਜੀ ਦਾ ਮਨ ਬਣਿਆ ਹੈ ਕਿ ਮੈਂ ਵੀ ਜੰਗੇ ਮੈਦਾਨ ਦੇ ਵਿੱਚ ਜਾ ਕੇ ਇਸ ਵੇਲੇ ਵੈਰੀ ਨੂੰ ਸੁੱਧਣਾ ਕਰਾਂ। ਦੋਹਰਾ ਸ਼੍ਰੀ ਅਜੀਤ ਸਿੰਘ ਵੀਰਵਾਰ ਪਿੱਕ ਸੰਗਰਾਮ ਬਿਰਤੰਤ। ਬਾਬਾ ਅਜੀਤ ਸਿੰਘ ਜੀ ਬੜੇ ਵੱਡੇ ਸੂਰਮੇ ਨੇ, ਇਹਨਾਂ ਨੇ ਕਈ ਜੰਗ ਪਹਿਲਾਂ ਵੀ ਲੜੇ ਨੇ ਤੇ ਭਰ ਜਵਾਨੀ ਵਿੱਚ ਇਸ ਵੇਲੇ ਹਨ। ਬੜੇ ਤਗੜੇ ਸਰੀਰ ਨੂੰ ਇਹਨਾਂ ਨੇ ਵੀ ਕਮਾਇਆ ਹੈ, ਬਹੁਤਾ ਭਾਰੀ ਜੰਗ ਕਰਨਾ ਜਾਣਦੇ। ਕਹਿਣ ਲੱਗੇ ਆਓ ਤੁਹਾਨੂੰ ਉਹਨਾਂ ਦੇ ਜੰਗ ਦਾ ਹੁਣ ਪ੍ਰਸੰਗ ਸੁਣਾਈਏ ਕਿ ਬਾਬਾ ਅਜੀਤ ਸਿੰਘ ਜੀ ਕਿਵੇਂ ਲੜੇ ਨੇ, ਕਿਵੇਂ ਉਹਨਾਂ ਨੇ ਵੈਰੀ ਨੂੰ ਸੁਧਿਆ, ਫਿਰ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਕਿਵੇਂ ਹੋਈ ਹੈ, ਸ਼ਹਾਦਤ ਕਿਵੇਂ ਹੋਈ ਹੈ, ਉਹ ਬਚਨ ਆਪਾਂ ਸਰਵਨ ਕਰਾਂਗੇ। ਚਾਹੇ ਉਹ ਆਪ ਨਿਕਸਨ ਤਵੈ ਗੁਰ ਕੋ ਸੁਤ ਬਲਵੰਤ। ਸਤਿਗੁਰੂ ਜੀ ਦਾ ਇਹ ਪੁੱਤਰ ਬੜੇ ਬਲ ਵਾਲਾ ਹੈ, ਆਪ ਚਾਹੁੰਦਾ ਹੈ ਹੁਣ ਬਾਹਰ ਨਿਕਲ ਕੇ ਲੜਨਾ, ਜੰਗ ਮੈਦਾਨ ਵਿੱਚ ਜਾ ਕੇ
ਜੰਗ ਲੜਨੀ ਚਾਹੁੰਦਾ ਹੈ, ਬਹੁਤਾ ਬਲ ਹੈ ਸਰੀਰ ਦੇ ਅੰਦਰ, ਭਾਵੇਂ ਪਹਿਲਾਂ ਵੀ ਜ਼ਖਮ ਲੱਗੇ ਹੋਏ, ਪਰ ਇਸ ਵੇਲੇ ਜੰਗ ਲੜਨ ਵਾਸਤੇ ਤਿਆਰ ਹੋਇਆ ਹੈ। ਸਵਾਸ ਛੰਦ ਮਨ ਹੈ ਵਿਚਾਰਹਿ ਤੁਰਕ ਬਿਦਾਰਹਿ। ਬਾਬਾ ਅਜੀਤ ਸਿੰਘ ਜੀ ਮਨ ਵਿੱਚ ਸੋਚਦੇ ਨੇ, ਜੇ ਪਿਤਾ ਸਤਿਗੁਰੂ ਆਗਿਆ ਦੇ ਦੇਣ, ਮੈਂ ਵੀ ਜੰਗ ਮੈਦਾਨ ਵਿੱਚ ਜਾਵਾਂ ਤੇ ਤੁਰਕਾਂ ਨੂੰ, ਮੁਗਲਾਂ ਨੂੰ ਮਾਰ ਕੇ ਉਹਨਾਂ ਨੂੰ ਨਾਸ਼ ਕਰ ਦੇਣਾ ਕਰਾਂ। ਚਿਰ ਹੈ ਨਾ ਅੰਤਰ ਲੜੈ ਹੈ ਨਿਰੰਤਰ। ਤੇ ਮੈਂ ਅੰਦਰ ਨਹੀਂ ਰਹਿਣਾ ਚਾਹੁੰਦਾ ਹਾਂ, ਹੁਣ ਮੈਂ ਬਾਹਰ ਜਾ ਕੇ ਲੜਨਾ ਚਾਹੁੰਦਾ ਹਾਂ, ਪਰ ਬਾਹਰ ਉਹਨਾਂ ਚਿਰ ਨਹੀਂ ਜਾਇਆ ਜਾਵੇਗਾ ਜਿੰਨਾ ਚਿਰ ਮਹਾਰਾਜ ਆਗਿਆ ਨਹੀਂ ਦਿੰਦੇ। ਫਿਰ ਇਹ ਨਾ ਅੰਤਰ ਨਹੀਂ ਰੁਕਣਾ ਚਾਹੁੰਦੇ। ਬਾਬਾ ਅਜੀਤ ਸਿੰਘ ਜੀ ਹੁਣ ਗੜੀ ਦੇ ਅੰਦਰ ਨਹੀਂ ਰਹਿਣਾ ਚਾਹੁੰਦੇ, ਬਾਹਰ ਜਾ ਕੇ ਲਗਾਤਾਰ ਵੈਰੀ ਨਾਲ ਜੰਗ ਕਰਨਾ ਚਾਹੁੰਦੇ ਹਨ। ਤਬ ਪ੍ਰਭ ਤੀਰ ਹੈ ਪਹੁੰਚ ਸਦੀਰ ਹੈ। ਬਾਬਾ ਅਜੀਤ ਸਿੰਘ ਨੇ ਸੋਚਿਆ, ਚਲੋ ਪਿਤਾ ਸਤਿਗੁਰੂ ਦੇ ਕੋਲ ਚੱਲੀਏ। ਮਹਾਰਾਜ ਗੜੀ ਦੀ ਛੱਤ ਤੇ ਉਸ ਵੇਲੇ ਵੀਰ ਆਸਣ ਲਾ ਕੇ ਜੰਗ ਲੜਦੇ ਪਏ। ਬਾਬਾ ਅਜੀਤ ਸਿੰਘ ਜੀ ਹੌਲੀ ਹੌਲੀ ਪੌੜੀਆਂ ਚੜ੍ਹ ਕੇ ਛੱਤ ਦੇ ਉੱਪਰ ਗਏ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀਰ ਆਸਣ ਲਾ ਕੇ ਤੀਰ ਚਲਾਉਂਦੇ ਪਏ। ਬਾਬਾ ਅਜੀਤ ਸਿੰਘ ਜੀ ਕੋਲ ਜਾ ਕੇ ਬੜੀ ਧੀਰਜ ਦੇ ਨਾਲ ਹੱਥ ਜੋੜ ਕੇ ਸਤਿਗੁਰਾਂ ਦੇ ਕੋਲ ਖੜ ਗਏ ਹਨ। ਸਤਿਗੁਰ ਨੰਦਨ ਕਰ ਅਭਿਬੰਧਨ। ਬਾਬਾ ਅਜੀਤ ਸਿੰਘ ਜੀ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਿਤਾ ਸਤਿਗੁਰੂ ਨੂੰ ਹੱਥ ਜੋੜ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਆਗਿਆ ਲੈਣ ਵਾਸਤੇ ਕੋਲ ਹੀ ਖੜ ਗਏ ਕਿ ਹੁਣ ਪਿਤਾ ਸਤਿਗੁਰੂ ਪੁੱਛਣਗੇ ਤੇ ਫਿਰ ਮੈਂ ਦੱਸਾਂਗਾ, ਜੰਗ ਜਾਣ ਦੀ ਮਨਸ਼ਾ ਇਹਨਾਂ ਦੇ ਸਾਹਮਣੇ ਰੱਖਾਂਗਾ। ਇਸ ਤਰ੍ਹਾਂ ਬੜੇ ਧੀਰਜ ਦੇ ਨਾਲ ਕੋਲ ਜਾ ਕੇ ਖੜੇ ਹਨ। ਰਹਿ ਕਰ ਜੋਰ ਹੈ ਪਿਤਾ ਹੈ ਨਿਹੋਰਾ। ਆਪਣੇ ਪਿਤਾ ਨੂੰ ਆਖਿਆ ਕੁਝ ਨਹੀਂ। ਬਾਬਾ ਅਜੀਤ ਸਿੰਘ ਨੇ ਕੇਵਲ ਹੱਥ ਜੋੜ ਕੇ ਤੇ ਵੇਖਦੇ ਪਏ ਪਿਤਾ ਦੇ ਵੱਲ, ਵੀ ਸਤਿਗੁਰੂ ਤੀਰ ਚਲਾਉਂਦੇ ਪਏ ਸਨ ਉਸ ਵੇਲੇ। ਤੇ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਧਿਆਨ ਭੜਕਾਉਣਾ ਨਹੀਂ ਚਾਹੁੰਦੇ ਵੀ ਇਹ ਜੰਗ ਲੜਦੇ ਪਏ ਨੇ, ਜਦੋਂ ਕਿਤੇ ਸਮਾਂ ਮਿਲੇਗਾ ਵੇਖਣਗੇ ਉਦੋਂ ਬਚਨ ਕਰਾਂਗੇ। ਹੱਥ ਜੋੜ ਕੇ ਬਾਬਾ ਅਜੀਤ ਸਿੰਘ ਜੀ ਖੜੇ ਰਹੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੀਰ ਚਲਾਈ ਜਾ ਰਹੇ ਨੇ। ਬਾਬਾ ਅਜੀਤ ਸਿੰਘ ਜੀ ਆਪਣੇ ਨੇਤਰਾਂ ਦੇ ਨਾਲ ਆਪਣੇ ਪਿਤਾ ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਸੁਤ ਦਿਸ਼ ਨੈਣ ਹੈ ਕਰ ਕਹਿ ਬੈਨ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤੀਰ ਚਲਾਉਂਦਿਆਂ ਚਲਾਉਂਦਿਆਂ ਜਦੋਂ ਆਪਣਾ ਧਿਆਨ ਇੱਧਰ ਉੱਧਰ ਵੇਖਿਆ ਹੈ, ਬਾਬਾ ਅਜੀਤ ਸਿੰਘ ਜੀ ਖਲੋਤੇ ਹੋਏ। ਮਹਾਰਾਜ ਜੀਆਂ ਨੇ ਆਪਣੇ ਕਿਰਪਾ ਰੂਪੀ ਨੇਤਰਾਂ ਦੇ ਨਾਲ ਬਾਬਾ ਅਜੀਤ ਸਿੰਘ ਦੇ ਵੱਲ ਤੱਕਿਆ। ਮਹਾਰਾਜ ਨੇ ਤੱਕ ਕੇ ਉਸ ਵੇਲੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਵੱਲ ਵੇਖ ਕੇ ਬਚਨ ਕੀਤਾ। ਮਹਾਰਾਜ ਪੁੱਛਣ ਲੱਗੇ ਬਾਬਾ ਅਜੀਤ ਸਿੰਘ ਨੂੰ ਵੇਖ ਕੇ ਉਸ ਵੇਲੇ, ਕਿਮ ਅਭਿਲਾਖੋ ਹੋ ਸੱਚ ਬਚ ਭਾਖੋ। ਮਹਾਰਾਜ ਸਾਹਿਬ ਜੀ ਨੇ ਵੇਖਿਆ ਬਾਬਾ ਅਜੀਤ ਸਿੰਘ ਦੇ ਵੱਲ। ਜਦੋਂ ਸਤਿਗੁਰਾਂ ਦਾ ਧਿਆਨ ਪਿਆ, ਬਾਬਾ ਅਜੀਤ ਸਿੰਘ ਨੇ ਫਿਰ ਸੀਸ ਝੁਕਾਇਆ ਪਿਤਾ ਸਤਿਗੁਰੂ ਦੇ ਅੱਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੋਲੇ, ਕਹਿਣ ਲੱਗੇ, ਅਜੀਤ ਸਿੰਘ ਕਿਵੇਂ ਆਉਣਾ ਹੋਇਆ ਹੈ? ਜਿਹੜੀ ਅੱਜ ਤੁਹਾਡੇ ਮਨ ਦੀ ਮਨਸ਼ਾ ਹੈ ਉਹ ਦੱਸੋ, ਵੀ ਮਨ ਵਿੱਚ ਕੀ ਲੈ ਕੇ ਇੱਥੇ ਆਏ ਹੋ? ਸਤਿਗੁਰੂ ਜਾਣਦੇ ਵੀ ਅਸੀਂ ਵੀਰਦਾਸ ਵਿੱਚ ਤੀਰ ਚਲਾਉਂਦੇ ਆ। ਹੋ ਸਕਦਾ ਹੁਣ ਸਤਿਗੁਰੂ ਜਾਣਦੇ ਨੇ ਵੀ ਇਹ ਆਗਿਆ ਲੈਣ ਵਾਸਤੇ ਆਏ, ਜੰਗ ਵਿੱਚ ਜਾਣ ਵਾਸਤੇ। ਹੋ ਸਕਦਾ ਕਿਤੇ ਬਚਨ ਹੀ ਨਾ ਬਦਲ ਦੇਣ। ਮਹਾਰਾਜ ਕਹਿਣ ਲੱਗੇ, ਪੁੱਤਰ ਜੀ, ਜੋ ਮਨ ਦੀ ਇੱਛਾ ਹੈ ਨਾ, ਬਿਨਾਂ ਕਿਸੇ ਸੰਕੋਚ ਦੇ, ਬਿਨਾਂ ਕਿਸੇ ਭੈ ਦੇ, ਉਹ ਆਪਣੇ ਮਨ ਦੀ ਇੱਛਾ ਦੱਸੋ ਵੀ ਕਿਸ ਵਾਸਤੇ ਸਾਡੇ ਕੋਲ ਆਏ ਹੋ। ਇਸ ਤਰ੍ਹਾਂ ਮਹਾਰਾਜ ਨੇ ਪੁੱਛਿਆ। ਸੁਨ ਕਰ ਵੀਰਾ ਹੈ ਕਹਿ ਕਰ ਧੀਰਾ। ਉਸ ਵੇਲੇ ਬਾਬਾ ਅਜੀਤ ਸਿੰਘ ਨੇ ਸੁਣੇ ਬਚਨ। ਬੜੇ ਵੀਰਦਾਸ ਵਿੱਚ ਇਸ ਵੇਲੇ ਬਾਬਾ ਅਜੀਤ ਸਿੰਘ ਜੀ ਭਰੇ ਹੋਏ ਤੇ ਬੜੀ ਧੀਰਜ ਦੇ ਨਾਲ, ਫਿਰ ਬੜੇ ਹੌਸਲੇ ਦੇ ਨਾਲ, ਬੜੇ ਠਰਮੇ ਦੇ ਨਾਲ ਬਾਬਾ ਅਜੀਤ ਸਿੰਘ ਜੀ ਉਸ ਵੇਲੇ ਕਹਿਣ ਲੱਗੇ ਹਨ, ਨਿਜ ਕੁਲ ਰੀਤਾ ਹੈ ਚਿਤ ਮਹਿ ਪ੍ਰੀਤਾ। ਕਹਿਣ ਲੱਗੇ, ਪਿਤਾ ਸਤਿਗੁਰੂ ਜੀ, ਮੇਰੇ ਮਨ ਦੀ ਇੱਛਾ ਇਹ ਹੈ ਵੀ ਆਪਣੀ ਜਿਹੜੀ ਕੁਲ ਦੀ ਰੀਤ ਹੈ ਨਾ, ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਮਹਾਰਾਜ ਸ਼ਸਤਰ ਧਾਰੀ ਪਿਤਾ ਦਾ ਪੁੱਤਰ ਹਾਂ, ਸ਼ਸਤਰ ਧਾਰੀ ਦਾਦਾ ਜੀ ਦਾ ਪੋਤਰਾ ਹਾਂ, ਤੇ ਸ਼ਸਤਰ ਧਾਰੀ ਪੜਦਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਹਨਾਂ ਦਾ ਪੜਪੋਤਰਾ ਹਾਂ। ਮਹਾਰਾਜ ਆਪਣੇ ਦੇ ਵੱਡੇ ਵਡੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਜੰਗ ਕਰਦੇ ਰਹੇ, ਤੇ ਦਾਦਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਵੀ ਕਰਤਾਰਪੁਰ ਦਾ ਬੜਾ ਵੱਡਾ ਜੰਗ ਲੜਿਆ। ਪਿਤਾ ਸਤਿਗੁਰੂ ਆਪ ਜੀ ਨੇ ਵੀ ਕਈ ਜੰਗ ਆਪਣੀ ਜ਼ਿੰਦਗੀ ਵਿੱਚ ਲੜੇ ਨੇ। ਮਹਾਰਾਜ, ਮੈਂ ਉਹ ਖਾਨਦਾਨ ਦੀ ਰੀਤੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ, ਜਿਵੇਂ ਆਪਣੇ ਖਾਨਦਾਨ ਵਿੱਚ ਬੜੇ ਬੜੇ ਸ਼ਸਤਰਧਾਰੀ ਸੂਰਮੇ ਹੋਏ ਨੇ। ਮਹਾਰਾਜ, ਮੇਰੀ ਵੀ ਅਭਿਲਾਸ਼ਾ ਇਹ ਹੈ ਵੀ ਮੈਂ ਆਪਣੀ ਕੁਲ ਨੂੰ ਚਾਰ ਚੰਦ ਲਾਵਾਂ, ਮੈਂ ਵੀ ਜੰਗ ਵਿੱਚ ਜਾ ਕੇ ਡਟਾਂ, ਵੈਰੀ ਨੂੰ ਸੋਧ ਕੇ ਸ਼ਹਾਦਤ ਪ੍ਰਾਪਤ ਕਰਾਂ। ਚਿਤ ਮਹਿ ਪ੍ਰਤੀਤੈ, ਇਹ ਮੇਰੇ ਮਨ ਵਿੱਚ ਭਰੋਸਾ ਹੈ, ਇਹ ਮੇਰੇ ਮਨ ਵਿੱਚ ਇੱਛਾ ਹੈ ਕਿ ਮੈਂ ਵੱਡਿਆਂ ਦੇ ਪਾਏ ਪੂਰਨੇ ਤੇ ਚੱਲ ਕੇ ਜੰਗ ਮੈਦਾਨ ਵਿੱਚ ਜੂਝਣਾ ਕਰਾਂ। ਅਬ ਹੈ ਸਮੇਂ ਸ਼ੁਭ ਲੱਖ ਮੈਂ ਮਨ ਮੈਂ ਪ੍ਰਭ। ਸਤਿਗੁਰੂ ਪਾਤਸ਼ਾਹ, ਹੁਣ ਬੜਾ ਸਮਾਂ, ਜਿਹੜਾ ਸਮਾਂ ਬੜਾ ਹੁਣ ਸ਼ੁਭ ਹੈ ਇਸ ਵੇਲੇ,
ਇਹੋ ਜਿਹਾ ਸਮਾਂ ਦੁਬਾਰਾ ਨਹੀਂ ਆਉਣਾ ਹੈ। ਪਿੱਛੇ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕੀਤੇ। ਮਹਾਰਾਜ ਦੇ ਸਿੰਘ ਗੱਲਾਂ ਕਰਦੇ ਸਨ, ਗੁਰਮੁਖੋ ਇੱਕ ਪਾਸੇ ਹਜ਼ਾਰਾਂ ਸਾਲ ਬੰਦਾ ਤਪ ਕਰਦਾ ਰਵੇ ਤੇ ਹਜ਼ਾਰਾਂ ਜਨਮ ਲੈ ਲਵੇ, ਫਿਰ ਵੀ ਉਹਨੂੰ ਉਹ ਦਾਤ ਨਹੀਂ ਮਿਲਣੀ ਹੈ ਜਿਹੜੀ ਦਾਤ ਅੱਜ ਚਮਕੌਰ ਦੀ ਗੜੀ ਦੇ ਵਿੱਚ ਲੜ ਕੇ ਪ੍ਰਾਪਤ ਹੋ ਜਾਣੀ ਹੈ। ਸੋ ਉਹੀ ਬਚਨ ਬਾਬਾ ਅਜੀਤ ਸਿੰਘ ਜੀ ਕਰਦੇ ਪਏ। ਕਹਿਣ ਲੱਗੇ, ਪਿਤਾ ਸਤਿਗੁਰੂ ਜੀ, ਆ ਜਿਹੜਾ ਸਮਾਂ ਜੰਗ ਦਾ ਬਣ ਗਿਆ ਨਾ, ਸ਼ਹਾਦਤ ਪਾਉਣ ਦਾ ਸਮਾਂ ਬਣਿਆ, ਸੱਚਖੰਡ ਦੀ ਪ੍ਰਾਪਤੀ ਦਾ ਸਮਾਂ ਬਣਿਆ, ਇਹ ਸਮਾਂ ਦੁਬਾਰਾ ਨਹੀਂ ਮਿਲਣਾ ਹੈ। ਇਹ ਬੜਾ ਹੀ ਸ਼ੁਭ ਸਮਾਂ ਹੈ। ਮਹਾਰਾਜ, ਮੈਂ ਇਸ ਸ਼ੁਭ ਸਮੇਂ ਦਾ ਪੂਰਾ ਲਾਭ ਲੈਣਾ ਚਾਹੁੰਦਾ, ਇਸ ਵਾਸਤੇ ਤੁਹਾਡੇ ਕੋਲ ਆਇਆ। ਧਰਮ ਨਿਭਾਇਓ ਮੁਖੋਂ ਫਰਮਾਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਕਰਦਾ ਪਿਆ। ਕਹਿਣ ਲੱਗਾ, ਮਹਾਰਾਜ ਸਾਹਿਬ ਜੀ ਮੈਨੂੰ ਆਗਿਆ ਦਿਓ ਤੇ ਮੈਂ ਜੰਗ ਦੇ ਵਿੱਚ ਜਾ ਕੇ ਉਸ ਵੇਲੇ ਲੜਨਾ ਕਰਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਸੁਣ ਕੇ ਬਚਨ ਕਹਿਣ ਲੱਗੇ, ਬਾਬਾ ਅਜੀਤ ਸਿੰਘ ਜੀ, ਬੜਾ ਚੰਗਾ ਬਚਨ ਤੁਸੀਂ ਆਖਿਆ ਹੈ। ਇਹ ਧਰਮ ਵੀ ਇਹੋ ਗੱਲ ਹੀ ਕਹਿੰਦਾ, ਨੀਤੀ ਵੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਜੰਗ ਦਾ ਸਮਾਂ ਬਣ ਜਾਵੇ ਉਦੋਂ ਵੈਰੀਆਂ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਹੈ। ਕਿੰਨੇ ਬਹਾਦਰ ਨੇ ਬਾਬਾ ਅਜੀਤ ਸਿੰਘ ਜੀ ਕਿ ਲੱਖਾਂ ਦੀ ਗਿਣਤੀ ਦਾ ਵੈਰੀ ਨੇ ਘੇਰਾ ਪਾ ਕੇ ਰੱਖਿਆ ਹੋਇਆ, ਪਰ ਇਸ ਵੇਲੇ ਦੁਸ਼ਮਣ ਦੀ ਗਿਣਤੀ ਕੋਈ ਨਹੀਂ ਹੈ। ਸੂਰਮਾ ਹੁੰਦਾ, ਇੱਕ ਮਹਾਬਲੀ ਹੁੰਦਾ ਹੈ, ਇੱਕ ਅਤਰਥੀ ਸੂਰਮਾ ਹੁੰਦਾ ਹੈ। ਅਤਰਥੀ ਸੂਰਮਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਵੈਰੀ ਦੀ ਗਿਣਤੀ ਨਾ ਕਰੇ ਲੜਨ ਵੇਲੇ। ਕੋਈ ਤੇ ਸੂਰਮੇ ਉਹ ਹੁੰਦੇ ਨਾ, ਜੰਗ ਦੇ ਜਾਣ ਤੋਂ ਪਹਿਲਾਂ ਗਿਣਤੀ ਕਰਦੇ ਵੀ ਵੈਰੀ ਦੀ ਫੌਜ ਕਿੰਨੀ ਹੈ, ਸਾਡੇ ਕੋਲ ਫੌਜ ਕਿੰਨੀ ਹੈ, ਸਾਡੇ ਕੋਲ ਹਥਿਆਰ ਕਿੰਨੇ, ਵੈਰੀ ਕੋਲ ਕਿੰਨੇ, ਕਿਵੇਂ ਲੜਾਂਗੇ, ਕਿਵੇਂ ਜਿੱਤਾਂਗੇ। ਪਰ ਇੱਕ ਹੁੰਦਾ ਅਤਰਥੀ ਸੂਰਮਾ, ਉਹ ਗਿਣਤੀ ਨਹੀਂ ਕਰਦਾ, ਵੈਰੀ ਕਿੰਨਾ, ਹਥਿਆਰ ਕਿੰਨਾ, ਅਸਲਾ ਕਿੰਨਾ, ਗਿਣਤੀ ਕੋਈ ਨਹੀਂ ਹੈ, ਰਣ ਵਿੱਚ ਜਾ ਕੇ ਜੂਝ ਪੈਂਦਾ ਉਸੇ ਵੇਲੇ। ਬਾਬਾ ਅਜੀਤ ਸਿੰਘ ਜੀ ਐਸੇ ਅਤਰਥੀ ਸੂਰਮੇ ਨੇ, ਨਹੀਂ ਵਿਚਾਰ ਕੀਤੀ ਵੀ ਵੈਰੀ ਦੀ ਬਾਹਰ ਗਿਣਤੀ ਕਿੰਨੀ ਹੈ, ਮੇਰੇ ਕੋਲ ਅਸਲਾ ਕਿੰਨਾ ਕੁ ਹੈ। ਸੋ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ, ਮਹਾਰਾਜ ਧਰਮ ਇਹ ਗੱਲ ਕਹਿੰਦਾ ਹੈ, ਨੀਤੀ ਵੀ ਇਹ ਗੱਲ ਕਹਿੰਦੀ ਹੈ ਵੀ ਜੰਗ ਵਿੱਚ ਮੈਨੂੰ ਜਾਣ ਦੀ ਆਗਿਆ ਦਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸੁਣੇ ਬਚਨ। ਪਾਤਸ਼ਾਹ ਕਹਿਣ ਲੱਗੇ, ਸ਼ਾਬਾਸ਼ ਪੁੱਤਰ, ਬੜਾ ਹੀ ਚੰਗਾ ਬਚਨ ਕੀਤਾ। ਥਾਪੜਾ ਬਖਸ਼ਿਆ ਮਹਾਰਾਜ ਨੇ। ਕਹਿਣ ਲੱਗੇ, ਜਾਓ ਜਾ ਕੇ ਧਰਮ ਨੂੰ ਨਿਭਾਉਣਾ ਕਰੋ। ਇਹ ਧਰਮ ਸਤਿ ਸ਼੍ਰੀ ਅਕਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਜੰਗ ਲੜਦੇ ਪਏ, ਗੁਰਮੁਖੋ ਧਰਮ ਦਾ ਜੰਗ ਹੈ, ਇਹ ਕਿਸੇ ਜਰ ਜੋਰੂ ਜ਼ਮੀਨ ਦਾ ਨਹੀਂ ਹੈ। ਥਾਪੜਾ ਦੇ ਕੇ ਬਚਨ ਆਖਿਆ। ਕਹਿਣ ਲੱਗੇ, ਜਾਓ ਪੁੱਤਰ ਜੀ, ਧਰਮ ਦਾ ਜੰਗ ਕਰਕੇ ਫਿਰ ਜਿਹੜੀ ਤੁਹਾਡੀ ਮਨਸ਼ਾ ਉਹ ਪੂਰੀ ਕਰ ਲਵੋ। ਇਸ ਤਰ੍ਹਾਂ ਮੁਖ ਤੋਂ ਫਰਮਾਇਆ ਹੈ। ਤੁਰਕ ਸਮੂਹਨ ਕਰ ਕਰ ਹੂਹਨ। ਦੂਜਾ ਬਚਨ ਆਖਿਆ। ਮਹਾਰਾਜ ਕਹਿਣ ਲੱਗੇ, ਜਿੰਨਾ ਚਿਰ ਜੰਗ ਮੈਦਾਨ ਵਿੱਚ ਰਹਿਣਾ ਹੈ ਉਹਨਾਂ ਚਿਰ ਤੁਹਾਡਾ ਮੁਖ ਵੈਰੀ ਵੱਲ ਰਹਿਣਾ ਚਾਹੀਦਾ ਹੈ, ਵੈਰੀ ਵੱਲ ਪਿੱਠ ਨਹੀਂ ਕਰਨੀ ਹੈ। ਵੈਰੀ ਦੇ ਵੱਲ ਮੂੰਹ ਰੱਖ ਕੇ ਜੰਗ ਲੜਦਿਆਂ ਹੋਇਆਂ ਆਪਣੀ ਛਾਤੀ ਦੇ ਉੱਪਰ ਵਾਰ ਖਾ ਕੇ ਸ਼ਹਾਦਤ ਪਾਉਣੀ ਹੈ, ਪਰ ਵੈਰੀ ਦਾ ਵਾਰ ਪਿੱਠ ਵਿੱਚ ਨਹੀਂ ਲੱਗਣ ਦੇਣਾ ਹੈ। ਇਹ ਮਹਾਰਾਜ ਸਾਹਿਬ ਜੀ ਆਪਣੇ ਪੁੱਤਰ ਨੂੰ ਆਗਿਆ ਕਰਦੇ ਪਏ। ਕਹਿਣ ਲੱਗੇ, ਤੁਰਕ ਸਮੂਹਨ ਕਰ ਕਰ ਹੂਹਨ, ਹੱਲਾ ਕਰ ਕਰਕੇ, ਜ਼ੋਰ ਕਰ ਕਰਕੇ ਵੱਡਾ ਭਾਰੀ ਵੈਰੀ ਨਾਲ ਜੰਗ ਕਰਨਾ ਕਰੋ। ਕਰੋ ਹਟਾਵਨ ਗਤ ਰਣ ਥਾਵਨ। ਮਹਾਰਾਜ ਕਹਿੰਦੇ, ਇਸ ਤਰ੍ਹਾਂ ਜੰਗ ਕਰਕੇ ਤੇ ਵੈਰੀ ਨੂੰ ਮਾਰ ਮਾਰ ਕੇ ਪਿੱਛੇ ਹਟਾ ਦਿਓ ਅਤੇ ਜੰਗ ਭੂਮੀ ਵਿੱਚ ਜਾ ਕੇ ਪੁੱਤਰ ਜੀ ਐਸਾ ਜੰਗ ਕਰਨਾ ਕਰੋ। ਸੁਨ ਬਿਕਸੇ ਗੁਰ ਕਰਹਿ ਭਲੇ ਔਰ। ਜਦੋਂ ਇਹ ਬਚਨ ਸਤਿਗੁਰਾਂ ਨੇ ਆਖੇ, ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਪਿਤਾ ਸਤਿਗੁਰੂ, ਬਸ ਇਹੋ ਆਗਿਆ ਲੈਣ ਵਾਸਤੇ ਹੀ ਆਇਆ ਸੀ ਵੀ ਤੁਹਾਡੀ ਆਗਿਆ ਹੋਵੇ, ਤੁਹਾਡਾ ਥਾਪੜਾ ਹੋਵੇ ਤੇ ਮਹਾਰਾਜ ਫਿਰ ਰਣ ਵਿੱਚ ਜਾਣ ਦਾ ਵੱਖਰਾ ਆਨੰਦ ਹੈ। ਹੁਣ ਮੈਂ ਜਾਣ ਵਾਸਤੇ ਬਿਲਕੁਲ ਤਿਆਰ ਹਾਂ, ਤੁਹਾਡੀ ਆਗਿਆ ਵੀ ਹੋ ਗਈ ਹੈ। ਇਹ ਬਚਨ ਸੁਣ ਕੇ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਖੁਸ਼ ਹੋਏ। ਮਹਾਰਾਜ ਸਾਹਿਬ ਨੇ ਬੜੀ ਪ੍ਰਸੰਨਤਾ ਆਪਣੇ ਪੁੱਤਰ ਦੇ ਉੱਪਰ ਬਖਸ਼ਿਸ਼ ਕਰਦੇ ਪਏ। ਮਹਾਰਾਜ ਚਾਹੁੰਦੇ ਬਾਬਾ ਅਜੀਤ ਸਿੰਘ ਨੂੰ ਆਪਣੇ ਨਾਲ ਹੀ ਗੜੀ ਤੋਂ ਬਾਹਰ ਕੱਢ ਸਕਦੇ, ਚਾਹੁੰਦੇ ਤੇ ਬਾਬਾ ਜੁਝਾਰ ਸਿੰਘ ਨੂੰ ਵੀ ਨਾਲ ਕੱਢ ਸਕਦੇ। ਜੇ ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਇਹਨਾਂ ਤਿੰਨਾਂ ਸਿੰਘਾਂ ਨੂੰ ਮਹਾਰਾਜ ਗੜੀ ਤੋਂ ਬਾਹਰ ਲੈ ਕੇ ਜਾ ਸਕਦੇ, ਗੁਲਾਬੇ ਪੰਜਾਬੇ ਤੇ ਮਾਛੀਵਾੜੇ ਪਹੁੰਚ ਸਕਦੇ, ਤੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਵੀ ਨਾਲ ਲੈ ਕੇ ਨਿਕਲ ਸਕਦੇ। ਜੇ ਚਾਹੁੰਦੇ ਤੇ ਮਹਾਰਾਜ ਇਹ ਕਰ ਸਕਦੇ, ਪਰ ਨਹੀਂ, ਆਪਣੇ ਪੁੱਤਰਾਂ ਦੀ ਸ਼ਹਾਦਤ ਕਰਾਉਣੀ ਮਹਾਰਾਜ ਸਾਹਿਬ ਜੀ ਆਪ ਹੀ ਸਾਰੀ ਵਿਧੀ ਬਣਾਈ ਹੈ। ਮਾਤਾ ਸਾਹਿਬ ਮਾਤਾ ਜੀਤੋ ਜੀ ਨੇ ਪੁੱਛਿਆ ਨਾ, ਕਹਿਣ ਲੱਗੇ, ਸਤਿਗੁਰੂ, ਪੁੱਤਰਾਂ ਦੇ ਆਉਣ ਵਾਲੇ ਸਮੇਂ ਦਾ ਆਪ ਜੀ ਦਾ ਕੀ ਵਿਚਾਰ, ਕਿਵੇਂ ਇਹਨਾਂ ਦੇ ਆਨੰਦ ਕਾਰਜ ਹੋਣਗੇ? ਤੇ ਉਸ ਵੇਲੇ ਬਚਨ ਆਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਕਹਿਣ ਲੱਗੇ, ਮਾਤਾ ਜੀਤੋ ਜੀ ਨੂੰ ਕਹਿਣ ਲੱਗੇ, ਨਹੀਂ,
ਇਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਸ਼ਹੀਦੀਆਂ ਲਿਖੀਆਂ ਹੋਈਆਂ। ਜੀਤੋ ਜੀ ਇਹਨਾਂ ਨੇ ਸ਼ਹੀਦ ਹੋਣਾ ਹੈ। ਦੋ ਪੁੱਤਰਾਂ ਨੇ ਚਮਕੌਰ ਦੀ ਗੜੀ ਦੇ ਅੰਦਰ ਤੇ ਦੋਨਾਂ ਨੇ ਸਰਹੰਦ ਦੀਆਂ ਨੀਹਾਂ ਵਿੱਚ ਜਾ ਕੇ ਸ਼ਹਾਦਤਾਂ ਪਾਉਣੀਆਂ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਪਹਿਲਾਂ ਹੀ ਮਾਤਾ ਜੀਤੋ ਜੀਆਂ ਨੂੰ ਉਸ ਵੇਲੇ ਆਉਣ ਵਾਲੇ ਸਮੇਂ ਦੇ ਦੱਸੇ ਸਨ ਵੀ ਇਸ ਤਰ੍ਹਾਂ ਦਾ ਸਮਾਂ ਬੰਨਾ ਹੈ। ਮਹਾਰਾਜ ਸਾਹਿਬ ਜੀ ਉਹ ਆਪ ਹੀ ਕਿਰਪਾ ਕਰਦੇ ਪਏ। ਬਾਬਾ ਅਜੀਤ ਸਿੰਘ ਜੀ ਇਸ ਵੇਲੇ ਤਿਆਰ ਹੋਏ। ਸਤਿਗੁਰਾਂ ਨੂੰ ਪਤਾ ਵੀ ਇਹਨਾਂ ਨੇ ਮੁੜ ਕੇ ਨਹੀਂ ਆਉਣਾ। ਜਵਾਨ ਪੁੱਤਰ ਮਹਾਰਾਜ ਜੀ ਦਾ 17-18 ਸਾਲ ਦੀ ਇਸ ਵੇਲੇ ਦੀ ਉਮਰਾ ਹੈ। ਬਾਕੀ ਪੁੱਤਰ ਮਹਾਰਾਜ ਦੇ ਨਾਲੋਂ ਵਿਛੋੜਾ ਪਾ ਗਏ ਨੇ। ਦੁਨਿਆਵੀ ਤੌਰ ਤੇ ਗੱਲ ਕਰੀਏ, ਕੀ ਪਤਾ ਅੱਗੇ ਸਮਾਂ ਕਿਵੇਂ ਦਾ ਬਣੇਗਾ। ਚਾਹੁੰਦੇ ਤੇ ਪੁੱਤਰ ਨੂੰ ਕੋਲ ਰੱਖ ਸਕਦੇ, ਪਰ ਨਹੀਂ। ਜੰਗ ਮੈਦਾਨ ਦੀ ਆਗਿਆ ਦੇ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਮਹਾਰਾਜ ਸਾਹਿਬ ਜੀ ਉਸ ਵੇਲੇ ਆਗਿਆ ਕਰਦੇ ਹਨ। ਹੱਥ ਤੁਰਕਾਨ ਹੈ ਕਰ ਕਮਸਨ ਹੈ। ਸੁਣ ਬਿਗਸੇ ਗੁਰ ਕਹੇ ਭਲੇ ਉਰ। ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ ਤੇ ਆਪਣੇ ਕਹਿਣ ਲੱਗੇ, ਕਹਿੰਦੇ ਬੜਾ ਹੀ ਚੰਗਾ ਬਚਨ ਕੀਤਾ ਬਾਬਾ ਅਜੀਤ ਸਿੰਘ ਜੀ। ਜਾਓ, ਤੁਹਾਡਾ ਭਲਾ ਹੋਵੇ, ਤੁਹਾਨੂੰ ਚੜ੍ਹਦੀ ਕਲਾ ਪ੍ਰਾਪਤ ਹੋਵੇ। ਜਾਓ, ਜਾ ਕੇ ਜੰਗ ਮੈਦਾਨ ਵਿੱਚ ਲੜਨਾ ਕਰੋ। ਹੱਥ ਤੁਰਕਾਨ ਹੈ ਕਰ ਕਮਸਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਾਓ, ਜਾ ਕੇ ਮੁਗਲਾਂ ਨੂੰ ਫਿਰ ਸੋਧਾ ਲਾ ਦਿਓ ਅਤੇ ਘਮਸਾਨ ਦਾ ਬੜਾ ਭਿਆਨਕ ਜੰਗ ਕਰਕੇ ਵੈਰੀ ਨੂੰ ਵਿਖਾਉਣਾ ਕਰੋ। ਸ਼ੁਭ ਪਦ ਪਾਵੋ ਮਮ ਮਨ ਭਾਵੋ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਜਦੋਂ ਜੰਗ ਕਰੋਗੇ ਨਾ ਤੁਹਾਨੂੰ ਸ਼ੁਭ ਪਦਵੀ ਪ੍ਰਾਪਤ ਹੋਵੇਗੀ। ਜਿਹੜੀ ਪਦਵੀ ਵੱਡੇ ਵੱਡੇ ਰਿਖੀਆਂ ਨੂੰ, ਮੁਨੀਆਂ ਨੂੰ, ਸੰਤਾਂ ਨੂੰ, ਪੈਗੰਬਰਾਂ ਨੂੰ ਪ੍ਰਾਪਤ ਨਹੀਂ ਹੋਈ, ਉਹ ਪਦਵੀ ਬਾਬਾ ਅਜੀਤ ਸਿੰਘ ਜੀ ਤੁਹਾਨੂੰ ਪ੍ਰਾਪਤ ਹੋਵੇਗੀ। ਐਸੀ ਦਾਤ ਤੁਹਾਨੂੰ ਮਿਲੇਗੀ। ਸ਼ਹਾਦਤ ਪ੍ਰਾਪਤ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਾਉਂਦਿਆਂ ਹੋਇਆਂ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੋਗੇ। ਬੜੀ ਵੱਡੀ ਕਮਾਈ ਹੈ ਗੁਰਮੁਖੋ ਬਾਬਾ ਅਜੀਤ ਸਿੰਘ ਦੀ ਕਿ ਰਣ ਤੱਤੇ ਵਿੱਚ ਜਾਣ ਤੋਂ ਪਹਿਲਾਂ ਵੀ ਆਗਿਆ ਲੈਂਦੇ ਪਏ, ਆਗਿਆ ਲੈ ਕੇ ਚੱਲੇ। ਐਸੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਸੁਜਸ ਵਿਥਾਰੋ ਅਰਗਨ ਮਾਰੋ। ਤੇ ਨਾਲ ਹੀ ਮਹਾਰਾਜ ਨੇ ਆਖਿਆ, ਕਹਿੰਦੇ ਵੈਰੀ ਨੂੰ ਮਾਰ ਕੇ ਬਹੁਤਾ ਜਸ ਦੁਨੀਆ ਤੇ ਫੈਲਾ ਦਿਓ। ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਰਹੇਗਾ। ਇਤਿਹਾਸ ਵਿੱਚ ਇਹ ਪੜ੍ਹਿਆ ਜਾਵੇਗਾ, ਸੁਣਿਆ ਜਾਵੇਗਾ ਕਿ ਬਾਬਾ ਅਜੀਤ ਸਿੰਘ ਨੇ ਬੜਾ ਭਿਆਨਕ ਜੰਗ ਕੀਤਾ ਹੈ। ਜਾਓ, ਜਾ ਕੇ ਪੁੱਤਰ ਜੀ, ਇਹ ਜਸ ਖੱਟਣ ਦਾ ਸਮਾਂ ਹੈ। ਜਾ ਕੇ ਜਸ ਫਲਾਉਣਾ ਕਰੋ। ਸਿੱਖ ਲਿਓ ਸੰਗ ਹੈ ਹਿਤ ਅਤ ਜੰਗ ਹੈ। ਤੇ ਵੈਰੀ ਨੂੰ ਸੁਧ ਨਾ ਕਰੋ। ਜਦੋਂ ਬਾਬਾ ਅਜੀਤ ਸਿੰਘ ਜੀ ਤੁਰਨ ਲੱਗੇ, ਮਹਾਰਾਜ ਕਹਿਣ ਲੱਗੇ 5 ਸਿੰਘ ਆਪਣੇ ਨਾਲ ਲੈ ਕੇ ਜਾਓ। 5 ਸਿੰਘਾਂ ਨੂੰ ਮਹਾਰਾਜ ਨੇ ਨਾਲ ਤਾਬਿਆ ਕੀਤਾ ਬਾਬਾ ਅਜੀਤ ਸਿੰਘ ਦੇ। ਕਹਿਣ ਲੱਗੇ 5 ਸਿੰਘ ਸਾਹਿਬਾਨ ਤੁਹਾਡੇ ਨਾਲ ਜਾਣਗੇ, ਉਹ ਵੀ ਤੁਹਾਡੇ ਨਾਲ ਹੀ ਮਿਲ ਕੇ ਜੰਗ ਕਰਨਗੇ। ਤੁਹਾਡੇ ਨਾਲ ਹੀ ਜੰਗ ਕਰਦਿਆਂ ਉਹ ਵੀ ਸ਼ਹਾਦਤਾਂ ਪਾਉਣਗੇ। ਜਿਸ ਸੱਚਖੰਡ ਦੀ ਪ੍ਰਾਪਤੀ ਨੂੰ ਤੁਸੀਂ ਪ੍ਰਾਪਤ ਹੋਵੋਗੇ, ਬਾਬਾ ਅਜੀਤ ਸਿੰਘ ਜੀ ਇਹ 5 ਸਿੰਘ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਹੀ ਸੱਚਖੰਡ ਦੀ ਪ੍ਰਾਪਤੀ ਵਾਲੇ ਹੋਣਗੇ। ਐਸਾ ਬਚਨ ਮਹਾਰਾਜ ਸਾਹਿਬ ਜੀ ਬਾਬਾ ਅਜੀਤ ਸਿੰਘ ਨੂੰ ਬਖਸ਼ਿਸ਼ ਕਰਦੇ ਹਨ। ਦੋਹਰਾ ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ ਆਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਪੁੱਤਰ ਇਹ ਤੇ ਸਦਾ ਹੀ ਧਰਮ ਹੀ ਚੱਲਿਆ ਆਉਂਦਾ। ਮੁੱਢ ਤੋਂ, ਸ਼ੁਰੂ ਤੋਂ ਜਦੋਂ ਦੁਨੀਆ ਬਣੀ ਹੈ, ਸੂਰਮਿਆਂ ਦਾ ਕੰਮ ਹੀ ਜੰਗ ਕਰਨਾ ਹੈ। ਜੰਗ ਵਿੱਚ ਵੈਰੀ ਨੂੰ ਸੁੱਧਣਾ ਜਾਂ ਫਿਰ ਜੰਗ ਲੜਦਿਆਂ ਆਪ ਸ਼ਹਾਦਤ ਪਾ ਜਾਣੀ। ਕਹਿਣ ਲੱਗੇ ਇਹ ਤੇ ਸ਼ੁਰੂ ਤੋਂ ਹੀ ਛਤਰੀਆਂ ਦਾ ਇਹ ਧਰਮ। ਛਤਰੀ ਕਿਹਾ ਜਾਂਦਾ ਗੁਰਮੁਖੋ ਸ਼ਸਤਰ ਧਾਰੀ ਨੂੰ। ਮਹਾਰਾਜ ਦੇ ਪੰਥ ਦੇ ਵਿੱਚ ਕਿਸੇ ਜਾਤ ਜਾਂ ਗੋਤ ਦੀ ਗੱਲ ਨਹੀਂ ਹੈ। ਦੂਜਿਆਂ ਧਰਮਾਂ ਵਿੱਚ ਜਾਤ ਗੋਤ ਹੈ ਵੀ ਫਲਾਣੀ ਜਾਤ ਦਾ ਵਿਅਕਤੀ ਜੰਗ ਕਰ ਸਕਦਾ। ਮਨੂ ਸਿਮਰਤੀ ਦੇ ਅੰਦਰ ਇਹ ਬਚਨ ਲਿਖੇ ਹੋਏ ਕਿ ਕੇਵਲ ਖੱਤਰੀ ਜਿਹੜਾ ਹੈ ਉਹ ਸ਼ਸਤਰ ਧਾਰਨ ਕਰਕੇ ਜੰਗ ਕਰ ਸਕਦਾ ਹੈ। ਬ੍ਰਾਹਮਣ ਵੇਦ ਪੜ੍ਹ ਸਕਦਾ ਹੈ। ਸ਼ੂਦਰ ਜਿਹੜਾ ਹੈ ਉਹ ਲੋਕਾਂ ਦੇ ਕੰਮਕਾਰ ਕਰੇਗਾ। ਵੈਸ਼ ਦੁਕਾਨਦਾਰੀ, ਖੇਤੀਬਾੜੀ ਕਰੇਗਾ। ਮਹਾਰਾਜ ਨੇ ਖਾਲਸੇ ਨੂੰ ਸਾਰਾ ਕੁਝ ਹੀ ਬਖਸ਼ਿਆ। ਪਾਤਸ਼ਾਹ ਕਹਿਣ ਲੱਗੇ ਮੇਰਾ ਖਾਲਸਾ ਇਹ ਛਤਰੀ ਹੈ। ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਜੰਗ ਮੈਦਾਨ ਵਿੱਚ ਜਦੋਂ ਸ਼ਸਤਰ ਧਾਰਨ ਕਰਕੇ ਲੜੇਗਾ ਉਸ ਵੇਲੇ ਉਹ ਛਤਰੀ ਹੋਵੇਗਾ। ਪਿੱਛੇ ਆਪਾਂ ਬਚਨ ਸਰਵਣ ਕਰ ਆਏ ਹਾਂ। ਭਾਈ ਮਦਨ ਸਿੰਘ ਨਾਮ ਦਾ ਸਿੰਘ ਮਹਾਰਾਜ ਦਾ ਇਹ ਰੰਗਰੇਟਾ ਹੈ। ਇਹ ਵੀ ਜੰਗ ਵਿੱਚ ਲੜਿਆ ਹੈ। ਇੱਕ ਸਿੰਘ ਮਹਾਰਾਜ ਸਾਹਿਬ ਜੀ ਦਾ ਹੋਰ ਹੈ, ਉਹ ਰਵਿਦਾਸੀਆ ਸਿੰਘ ਮਹਾਰਾਜ ਦਾ, ਉਹ ਵੀ ਜੰਗ ਮੈਦਾਨ ਵਿੱਚ ਲੜਿਆ ਹੈ। ਖਾਲਸੇ ਦੇ ਵਿੱਚ ਜਾਤ ਪਾਤ ਨਹੀਂ। ਜਿਹਨੇ ਸ਼ਸਤਰ ਚੁੱਕ ਲਏ ਉਹ ਛਤਰੀ ਹੈ। ਪਾਤਸ਼ਾਹ ਕਹਿੰਦੇ ਜਾਓ, ਇਹ ਛਤਰੀਆਂ ਦਾ ਕੰਮ ਹੀ ਹੈ ਜੰਗ ਮੈਦਾਨ ਵਿੱਚ ਲੜਨਾ। ਜਾ ਕੇ ਜੰਗ ਕਰਨਾ ਕਰੋ। ਤੁਝ ਸੰਭੈ ਅਭਿਮਨਿਓ ਕੀ ਲਰਿਓ ਜਗਤ ਜਸ ਗਾਏ। ਗੁਰਮੁਖੋ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਭਾਰਤ ਦਾ ਜੰਗ ਹੋਇਆ ਕੁਰੂਕਸ਼ੇਤਰ ਦੀ ਧਰਤੀ ਤੇ। ਇੱਕ ਪਾਸੇ 11 ਕੂਣੀਆਂ ਫੌਜ ਜਿਹੜੀ ਹੈ ਉਹ ਕੌਰਵਾਂ ਦੀ ਹੈ।
7 ਕੂਣੀਆਂ ਫੌਜ ਜਿਹੜੀ ਪਾਂਡਵਾਂ ਦੀ ਹੈ, 18 ਕੂਣੀਆਂ ਫੌਜ ਦਾ ਜੰਗ ਮਹਾਭਾਰਤ ਦਾ ਜੰਗ ਕੁਰੂਕਸ਼ੇਤਰ ਦੀ ਧਰਤੀ ਤੇ ਹੋਇਆ। ਉਸ ਜੰਗ ਦੇ ਵਿੱਚ ਇੱਕ ਅਭਿਮਨਿਊ ਨਾਮ ਦਾ ਸੂਰਮਾ, ਅਰਜਨ ਦਾ ਪੁੱਤਰ ਇਸ ਨੂੰ ਮੰਨਿਆ ਹੈ। ਇਹ ਬੜਾ ਵੱਡਾ ਸੂਰਮਾ ਸੀ, ਜੰਗ ਕਰਨ ਵਾਲਾ। ਇਹ ਜਦੋਂ ਜੰਗ ਦੇ ਵਿੱਚ ਗਿਆ ਤੇ ਇਸ ਨੂੰ ਚੱਕਰਵਿਊਹ ਦੇ ਵਿੱਚ ਫਸਾ ਲਿਆ ਸੀ ਉਸ ਵੇਲੇ ਵੈਰੀ ਨੇ। ਉਹ ਫੌਜ ਦੀ ਇੱਕ ਇਹੋ ਜਿਹੀ ਰਣਨੀਤੀ ਹੁੰਦੀ ਹੈ ਕਿ ਜਿਹੜਾ ਇੱਕ ਵਾਰੀ ਉਹਦੇ ਵਿੱਚ ਘੇਰੇ 'ਚ ਵੜ ਗਿਆ ਉਹ ਬਾਹਰ ਨਿਕਲ ਨਹੀਂ ਸਕਦਾ ਹੈ। ਘੇਰੇ ਦੇ ਅੰਦਰ ਜਾਣ ਦਾ ਤੇ ਅਭਿਮਨਿਊ ਨੂੰ ਪਤਾ ਹੈ। ਕਿਤੇ ਇਸ ਨੇ ਮਾਤਾ ਦੇ ਗਰਭ ਦੇ ਅੰਦਰ ਕਿਤੇ ਕਥਾ ਸੁਣੀ ਸੀ, ਅਰਜਨ ਨੇ ਕਥਾ ਸੁਣਾਈ ਸੀ ਆਪਣੀ ਘਰਵਾਲੀ ਨੂੰ ਵੀ ਚੱਕਰਵਿਊਹ ਦੇ ਵਿੱਚ ਕਿਵੇਂ ਜਾਈਦਾ ਹੈ। ਇਹ ਤੇ ਕਥਾ ਸਰਵਣ ਕਰ ਲਈ, ਪਰ ਚੱਕਰਵਿਊਹ ਨੂੰ ਤੋੜ ਕੇ ਬਾਹਰ ਕਿਵੇਂ ਆਉਣਾ ਹੈ, ਇਹ ਬਚਨ ਸੁਣਨ ਤੋਂ ਪਹਿਲਾਂ ਅਭਿਮਨਿਊ ਦੀ ਮਾਤਾ ਜਿਹੜੀ ਉਹ ਸੁਣਦਿਆਂ ਸੌਂ ਗਈ ਉਸ ਵੇਲੇ। ਤੇ ਉਹ ਬਚਨ ਜਿਹੜੇ ਉਹ ਗਰਭ ਕਾਲ ਦੇ ਅੰਦਰ ਪਤਾ ਹੀ ਨਹੀਂ ਲੱਗਿਆ ਵੀ ਚੱਕਰਵਿਊਹ ਨੂੰ ਤੋੜ ਕੇ ਬਾਹਰ ਕਿਵੇਂ ਨਿਕਲਣਾ ਹੈ। ਸੋ ਇਸ ਤਰ੍ਹਾਂ ਫਿਰ ਅਭਿਮਨਿਊ ਜਿਹੜਾ ਸੀ ਜਦੋਂ ਜੰਗ ਮੈਦਾਨ ਦੇ ਵਿੱਚ ਗਿਆ, ਚੱਕਰਵਿਊਹ ਨੂੰ ਤੋੜ ਕੇ ਲੜਿਆ ਤੇ ਬਹੁਤ ਡਾਢਾ ਜਾ ਕੇ, ਪਰ ਹੁਣ ਬਾਹਰ ਕਿਵੇਂ ਨਿਕਲਣਾ ਹੈ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਫਿਰ ਉਸ ਘੇਰੇ ਦੇ ਵਿੱਚ ਫਸ ਗਿਆ ਤੇ ਵੈਰੀਆਂ ਨੇ ਉਸ ਵੇਲੇ ਇਕੱਠੇ ਹੋ ਕੇ ਹਮਲਾ ਕਰਕੇ ਇਸ ਨੂੰ ਮਾਰ ਦਿੱਤਾ ਸੀ। ਇਹ ਪੂਰੀ ਚੜ੍ਹਦੀ ਜਵਾਨੀ ਵਿੱਚ ਬੜਾ ਤਗੜਾ ਸੀਗਾ ਜੰਗ ਕਰਨ ਵਾਸਤੇ। ਇੱਥੇ ਕੇਵਲ ਇੱਕ ਉਦਾਹਰਨ ਲਈ ਹੈ ਵੀ ਜਿਵੇਂ ਅਭਿਮਨਿਊ ਜੰਗ ਦੇ ਵਿੱਚ ਗਿਆ ਹੈ ਤੇ ਜਾ ਕੇ ਲੜਿਆ ਤੇ ਉਸ ਵੇਲੇ ਮੌਤ ਨੂੰ ਪ੍ਰਾਪਤ ਹੋਇਆ। ਬਾਬਾ ਅਜੀਤ ਸਿੰਘ ਜੀ ਚੱਲੇ ਨੇ, ਪਰ ਕਿਤੇ ਗੁਰਮੁਖੋ ਇਹ ਨਾ ਭੁਲੇਖਾ ਪੈ ਜਾਵੇ ਅਭਿਮਨਿਊ ਦਾ ਕੋਈ ਵੀ ਤੁਲਨਾ ਬਾਬਾ ਅਜੀਤ ਸਿੰਘ ਨਾਲ ਨਹੀਂ ਹੋ ਸਕਦੀ ਹੈ, ਕੋਈ ਤੁਲਨਾ ਨਹੀਂ ਹੈ। ਇਹ ਤੇ ਕੇਵਲ ਇੱਕ ਇਸ਼ਾਰਾ ਮਾਤਰ ਬਚਨ ਹੈ ਕਿ ਜਿਵੇਂ ਉਹ ਜੰਗ ਦੇ ਵਿੱਚ ਗਿਆ ਸੀ ਐਸੇ ਤਰ੍ਹਾਂ ਬਾਬਾ ਅਜੀਤ ਸਿੰਘ ਵੀ ਜੰਗ ਦੇ ਵਿੱਚ ਚੱਲੇ ਨੇ। ਉਹਨੂੰ ਤੇ ਚੱਕਰਵਿਊਹ ਤੋੜਨਾ ਨਹੀਂ ਆਇਆ ਤੇ ਤਾਂ ਵੈਰੀਆਂ ਦੇ ਘੇਰੇ ਵਿੱਚ ਆ ਕੇ ਮੌਤ ਨੂੰ ਪ੍ਰਾਪਤ ਹੋਇਆ। ਬਾਬਾ ਅਜੀਤ ਸਿੰਘ ਤੇ ਸਾਰੀ ਵਿਦਿਆ ਜਾਣਦੇ, ਇਹ ਤੇ ਚੱਲੇ ਹੀ ਸ਼ਹੀਦੀ ਪਾਉਣ ਵਾਸਤੇ ਨੇ, ਵਾਪਸ ਤੇ ਆਉਣਾ ਹੀ ਨਹੀਂ ਹੈ। ਇਹਨਾਂ ਦੀ ਤੁਲਨਾ ਕਿਵੇਂ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦਾ ਬਚਨ ਕਹਿਣ ਲੱਗੇ ਜਿਵੇਂ ਅਭਿਮਨਿਊ ਗਿਆ ਹੈ ਤਾਂ ਹੀ ਬਚਨ ਹੁੰਦਾ ਨਾ। ਆਖੀ ਦਾ ਕਥਾ ਸਰਵਣ ਕਰਦਿਆਂ, ਕੀਰਤਨ ਸਰਵਣ ਕਰਦਿਆਂ ਜਾਗਦੇ ਰਿਹਾ ਕਰੋ, ਸੌ ਨਾ ਜਾਇਆ ਕਰੋ। ਮਹਾਰਾਜ ਦਾ ਬਚਨ ਸਾਵਧਾਨ ਇਕਾਗਰ ਚੀਤ ਆਪਾਂ ਸੋਹਣੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਕਿ ਅਭਿਮਨਿਊ ਦੀ ਮਾਤਾ ਕਥਾ ਤੇ ਸੁਣਦੀ ਪਈ ਹੈ, ਅੱਧੀ ਕਥਾ ਸੁਣ ਕੇ ਸੌਂ ਗਈ। ਜੇ ਸਾਰੀ ਸੁਣ ਲੈਂਦੀ ਤੇ ਹੋ ਸਕਦਾ ਅਭਿਮਨਿਊ ਚੱਕਰ ਤੋੜ ਕੇ ਬਾਹਰ ਨਿਕਲ ਹੀ ਆਉਂਦਾ, ਹੋ ਸਕਦਾ ਬਚ ਜਾਂਦਾ। ਮਾਂ ਦੇ ਸੌਣ ਕਰਕੇ ਪੁੱਤਰ ਦੀ ਮੌਤ ਦਾ ਕਾਰਨ ਬਣਿਆ। ਤਾਂ ਹੀ ਜਦੋਂ ਪਰਮਾਤਮਾ ਸੰਤਾਨ ਦੀ ਦਾਤ ਬਖਸ਼ਿਸ਼ ਕਰਦਾ ਹੈ ਉਸ ਵੇਲੇ ਵੱਡੇ ਵਡੇਰੇ ਬਜ਼ੁਰਗ ਕਹਿਣ ਲੱਗ ਪੈਂਦੇ ਵੀ ਗੁਰਬਾਣੀ ਦਾ ਪਾਠ ਕਰਿਆ ਕਰੋ, ਗੁਰਬਾਣੀ ਸਰਵਣ ਕਰਿਆ ਕਰੋ, ਗੁਰੂ ਦਾ ਦਿਦਾਰਾ ਕਰਿਆ ਕਰੋ। ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹੈ ਜਿਸ ਬੱਚੇ ਨੇ ਸੰਸਾਰ ਵਿੱਚ ਆਉਣਾ ਹੈ। ਇਹ ਸੱਚੀਆਂ ਗੱਲਾਂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ। ਚਲੋ ਰੋਹ ਵਿਚਾਰ ਇਹ ਹੈ ਕਿ ਬਾਬਾ ਅਜੀਤ ਸਿੰਘ ਜੀ ਇਸ ਵੇਲੇ ਤਿਆਰ ਹੋ ਕੇ ਚੱਲੇ ਹਨ। ਸਨਮੁਖ ਰਨ ਮਾਰਨ ਮਰਨ। ਬਾਬਾ ਅਜੀਤ ਸਿੰਘ ਜੀ ਇਸ ਵੇਲੇ ਜੰਗ ਮੈਦਾਨ ਨੂੰ ਸਾਹਮਣੇ ਹੋ ਕੇ ਤਿਆਰ ਹੋ ਕੇ ਆਪਣੇ ਘੋੜੇ ਦੇ ਉੱਪਰ ਸਵਾਰ ਹੋਏ। ਤੀਰਾਂ ਦਾ ਭੱਥਾ ਭਰ ਕੇ ਆਪਣੇ ਮੋਢੇ ਤੇ ਟੰਗ ਲਿਆ। ਗਲ ਦੇ ਵਿੱਚ ਚੌੜਾ ਤੇਗਾ ਬਾਬਾ ਅਜੀਤ ਸਿੰਘ ਨੇ ਪਾ ਲਿਆ। ਕਮਰ ਕੱਸੇ ਦੇ ਨਾਲ ਛੋਟੀ ਕਟਾਰ ਉਹਨਾਂ ਨੇ ਲਾ ਲਈ ਹੈ ਤੇ ਉਸ ਵੇਲੇ ਹੱਥ ਵਿੱਚ ਇਹਨਾਂ ਨੇ ਬੜੀ ਭਾਰੀ ਇੱਕ ਬਰਸ਼ੀ ਜਿਹੜੀ ਹੈ ਉਹ ਆਪਣੇ ਤਨ ਤੇ ਸਜਾ ਲਈ ਹੈ। ਪੂਰੇ ਸ਼ਸਤਰ ਸਜਾ ਕੇ ਸਰੀਰ ਦੇ ਉੱਪਰ ਵੈਰੀ ਨੂੰ ਸੋਧਣ ਵਾਸਤੇ ਬਾਬਾ ਅਜੀਤ ਸਿੰਘ ਜੀ ਤੁਰੇ ਹਨ। ਅਰਨ ਪੀਠ ਨਹਿ ਦੇਨ। ਤੇ ਸਤਿਗੁਰਾਂ ਦਾ ਬਚਨ ਸੀ ਬਾਬਾ ਅਜੀਤ ਸਿੰਘ ਜੀ ਜੰਗ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਵੈਰੀ ਦੇ ਵੱਲ ਪਿੱਠ ਨਹੀਂ ਕਰਨੀ ਹੈ। ਜਿੰਨਾ ਚਿਰ ਸਵਾਸ ਚੱਲਣਗੇ, ਜਿੰਨਾ ਚਿਰ ਸਰੀਰ ਰਹੇਗਾ, ਵੈਰੀ ਦੇ ਸਨਮੁਖ ਹੋ ਕੇ ਲੜਨਾ ਹੈ। ਜਾਨ ਬਚਾਉਣ ਵਾਸਤੇ ਆਪਣਾ ਮੂੰਹ ਇੱਧਰ ਉੱਧਰ ਨਹੀਂ ਕਰਨਾ ਹੈ। ਗੁਰਮੁਖੋ ਬਾਬਾ ਅਜੀਤ ਸਿੰਘ ਜੀ ਇੰਨੀ ਬਹਾਦਰੀ ਦੇ ਨਾਲ ਲੜੇ, ਗੜੀ ਦੇ ਵਿੱਚੋਂ ਨਿਕਲੇ। ਲੜਦਿਆਂ ਲੜਦਿਆਂ ਕਈ ਕੋਹ ਫੌਜ ਦੇ ਵਿੱਚ ਅੱਗੇ ਚਲੇ ਗਏ ਸਨ। ਬਾਬਾ ਅਜੀਤ ਸਿੰਘ ਜੀਆਂ ਦੀ ਯਾਦਗਾਰ ਬੜੀ ਪਾਸੇ ਬਣੀ ਹੋਈ ਜਿੱਥੇ ਉਹਨਾਂ ਨੂੰ ਜਾ ਕੇ ਸ਼ਹਾਦਤ ਪ੍ਰਾਪਤ ਹੋਈ। ਪਿਤਾ ਸਤਿਗੁਰੂ ਦੇ ਬਚਨ ਮੰਨਦਿਆਂ ਹੋਇਆਂ ਕਿ ਜੰਗ ਮੈਦਾਨ ਦੇ ਵਿੱਚ ਪਿੱਠ ਨਹੀਂ ਮੂੰਹ ਕਰਕੇ ਅੱਗੇ ਵਧਣਾ ਹੈ, ਇਸ ਤਰ੍ਹਾਂ ਵਧਣ ਵਾਸਤੇ ਅੱਗੇ ਚੱਲੇ ਹਨ। ਸ਼ੁਭ ਪਦ ਕੋ ਪਰਲੋਕ ਮੈਂ ਹੈ। ਤੇ ਗੁਰਮੁਖੋ ਜਿਹੜੀ ਪਦਵੀ ਅੱਜ ਬਾਬਾ ਅਜੀਤ ਸਿੰਘ ਨੂੰ ਮਿਲਣੀ ਹੈ, ਇਹ ਪਦਵੀ ਕਿਸੇ ਨੂੰ ਦੁਨੀਆ ਵਿੱਚ ਨਹੀਂ ਮਿਲੀ। ਸ਼ੁਭ ਪਦਵੀ ਜਿਸ ਨੂੰ ਆਪਾਂ ਕੇਵਲ ਮੋਕਸ਼ ਕਹਿੰਦੇ ਆ, ਉਹ ਦਾਤ ਬਾਬਾ ਅਜੀਤ ਸਿੰਘ ਨੇ ਪ੍ਰਾਪਤ ਕਰਨੀ ਹੈ। ਮੈਂ ਜਸ ਲੈਨ। ਤੇ ਦੁਨੀਆ ਵਿੱਚ ਜਿੰਨਾ ਚਿਰ ਇਹ ਦੁਨੀਆ ਰਹੇਗੀ ਨਾ, ਉਹਨਾਂ ਚਿਰ ਬਾਬਾ ਅਜੀਤ ਸਿੰਘ ਜੀ ਦਾ ਜਸ ਹੁੰਦਾ ਹੀ ਰਹੇਗਾ। ਕਿਸੇ ਵਿਦਵਾਨ ਨੇ ਬੜਾ ਸੋਹਣਾ ਬਚਨ ਲਿਖ ਛੱਡਿਆ
कहने लगे हिंद में एक है तीर देखने के लिए जहाँ बाप ने बेटे को कटाए खुदा के लिए। तो ਇੱਕੋ ਹੀ ਸਥਾਨ ਹੈ ਹਿੰਦੁਸਤਾਨ ਦੀ ਧਰਤੀ ਤੇ ਜਿਸ ਨੂੰ ਚਮਕੌਰ ਸਾਹਿਬ ਕਿਹਾ ਜਾਂਦਾ ਹੈ, ਜਿੱਥੇ ਖੁਦਾ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਕਰਵਾਈ ਹੈ। ਸੋ ਇਸ ਤਰ੍ਹਾਂ ਦਾ ਇਹ ਮੰਜ਼ਰ ਬਣਿਆ ਹੋਇਆ ਹੈ। ਬਾਬਾ ਅਜੀਤ ਸਿੰਘ ਜੀ ਇਸ ਵੇਲੇ ਜੰਗ ਲੜਨ ਵਾਸਤੇ, ਦੁਨੀਆ ਵਿੱਚ ਜਸ ਪ੍ਰਾਪਤ ਕਰਨ ਵਾਸਤੇ ਗੜੀ ਦੇ ਵਿੱਚੋਂ ਚੱਲਣ ਲੱਗੇ ਹਨ। ਨਰਾਜ ਛੰਦ ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ। ਬਾਬਾ ਅਜੀਤ ਸਿੰਘ ਜੀ ਬੜੇ ਭਾਰੀ ਬਲ ਵਾਲੇ, ਜਿਵੇਂ ਆਪਾਂ ਬਚਨ ਸਰਵਨ ਕਰ ਲਿਆ, ਮੋਢੇ ਦੇ ਨਾਲ ਤਿੱਖੇ ਤੀਰਾਂ ਦਾ ਭੱਥਾ ਭਰ ਕੇ ਆਪਣੇ ਮੋਢੇ ਦੇ ਨਾਲ ਟੰਗਿਆ, ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਤਿਆਰ ਹੋਏ ਹਨ। ਵੀ ਭੀਖਣੂ ਨਿਰੀਖਣੂ ਸੋ ਤੀਖਣੂ ਖਤੰਗ ਹੈ। ਤੇ ਬਾਬਾ ਅਜੀਤ ਸਿੰਘ ਜੀਆਂ ਦੇ ਤੀਰ ਬੜੇ ਭਿਆਨਕ ਨੇ, ਅੱਖਾਂ ਨਾਲ ਵੇਖੀਏ ਬੜੇ ਤਿੱਖੇ ਤੇ ਬੜੇ ਚੌੜੇ ਤੀਰ ਨੇ। ਆਪਣੇ ਪਿਤਾ ਦੇ ਵਾਂਗ ਹੀ ਤੀਰ ਚਲਾਉਣਗੇ, ਆਪਣੇ ਪਿਤਾ ਦੇ ਤੀਰਾਂ ਵਾਂਗ ਹੀ ਇਹ ਤੀਰ ਵੈਰੀਆਂ ਨੂੰ ਉਸ ਵੇਲੇ ਪਾੜ ਕੇ ਅੱਗੇ ਲੰਘਣਗੇ। ਬਾਬਾ ਅਜੀਤ ਸਿੰਘ ਜੀਆਂ ਦੇ ਤੀਰ ਬੜੇ ਭਿਆਨਕ ਨੇ, ਬੜੇ ਤਿੱਖੇ ਨੇ। ਐਸੇ ਤਿੱਖੇ ਤਿੱਖੇ ਤੀਰਾਂ ਨੂੰ ਵੇਖ ਕੇ ਆਪਣਾ ਭੱਥਾ ਬਾਬਾ ਜੀ ਨੇ ਤੀਰਾਂ ਦੇ ਨਾਲ ਭਰ ਲਿਆ ਹੈ। ਕਿਰਪਾਨ ਹੇਮ ਮੁਸਟ ਸੋਂ ਕੁਦੰਡ ਲੈ ਕਠੋਰ। ਬਾਬਾ ਅਜੀਤ ਸਿੰਘ ਜੀਆਂ ਨੇ ਗਾਤਰੇ ਚੌੜਾ ਤੇਗਾ ਪਹਿਨਿਆ। ਬਾਬਾ ਅਜੀਤ ਸਿੰਘ ਜੀਆਂ ਦੀ ਤਲਵਾਰ ਦੀ ਜਿਹੜੀ ਮੁੱਠ ਹੈ ਉਹਦੇ ਉੱਪਰ ਸੋਨੇ ਦੀ ਬੜੀ ਸੋਹਣੀ ਕਢਾਈ ਹੋਈ ਹੈ। ਸੋਨੇ ਦੀ ਕਢਾਈ ਵਾਲੀ ਜਿਹੜੀ ਸ੍ਰੀ ਸਾਹਿਬ ਹੈ, ਐਸਾ ਸੋਹਣਾ ਤੇਗਾ ਬੜਾ ਮਹਿੰਗੇ ਮੁੱਲ ਦਾ, ਬੜਾ ਕੀਮਤੀ ਹੈ। ਐਸੀ ਤੇਗ ਬਾਬਾ ਅਜੀਤ ਸਿੰਘ ਜੀਆਂ ਦੇ ਗਲ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਆਪਣੇ ਹੱਥਾਂ ਨਾਲ ਪਾ ਕੇ ਆਪਣੇ ਪੁੱਤਰ ਨੂੰ ਸਜਾਉਂਦੇ ਪਏ। ਜਿਵੇਂ ਬਰਾਤ ਚੜ੍ਹਨ ਵੇਲੇ ਲਾੜੇ ਨੂੰ ਸਜਾ ਕੇ ਤੁਰਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੁੱਤਰ ਨੂੰ ਜੰਗ ਕਰਨ ਵਾਸਤੇ ਇਸ ਤਰ੍ਹਾਂ ਸਜਾਉਂਦੇ ਪਏ। ਲੋਹੇ ਦਾ ਮੁੱਠਾ, ਉਹਦੇ ਉੱਪਰ ਸੋਨੇ ਦੀ ਕਢਾਈ ਹੋਈ ਹੈ, ਬੜੇ ਸੋਹਣੇ ਹੀਰੇ ਜੜੇ ਹੋਏ। ਇਸ ਤਰ੍ਹਾਂ ਦਾ ਤੇਗਾ ਬਾਬਾ ਅਜੀਤ ਸਿੰਘ ਨੇ ਗਲ ਵਿੱਚ ਪਾਇਆ ਤੇ ਕਹਿਣ ਲੱਗੇ ਹੱਥ ਵਿੱਚ ਬਾਬਾ ਅਜੀਤ ਸਿੰਘ ਜੀਆਂ ਨੇ ਬੜਾ ਕਠੋਰ ਧਨੁੱਖ, ਜਿਹਦੇ ਵਿੱਚੋਂ ਬੜੇ ਭਿਅੰਕਰ ਤੀਰ ਚਲਾਏ ਜਾਣਗੇ, ਹੱਥ ਵਿੱਚ ਫੜ ਕੇ ਤਿਆਰ ਹੋਏ ਹਨ। ਤਰੇ ਸਮੂਹ ਆਇਓ ਧਾਨ ਦੀਰਘਾਏ ਘੋਰ ਤੇ ਕੋ। ਉਸ ਵੇਲੇ ਬਾਬਾ ਅਜੀਤ ਸਿੰਘ ਜੀਆਂ ਨੇ ਇਹ ਜਿਹੜੇ ਸ਼ਸਤਰ ਨੇ ਉਹ ਆਪਣੇ ਨਾਲ ਧਾਰਨ ਕੀਤੇ, ਜਿਹੜੇ ਵੈਰੀ ਨੂੰ ਬੜਾ ਭਾਰੀ ਡੂੰਘਾ ਜ਼ਖਮ ਲਾਉਣਗੇ। ਇਸ ਤਰ੍ਹਾਂ ਦੇ ਤਿੱਖੇ ਤੀਰ, ਇਸ ਤਰ੍ਹਾਂ ਦਾ ਤਿੱਖਾ ਤੇਗਾ, ਇਸ ਤਰ੍ਹਾਂ ਦਾ ਬੜਾ ਹੀ ਕਠਿਨ ਧਨੁੱਖ ਆਪਣੇ ਸਰੀਰ ਦੇ ਉੱਪਰ ਸਜਾਇਆ ਹੈ। ਸ਼ਸਤਰਾਂ ਦੇ ਨਾਲ ਪੂਰੇ ਤਿਆਰ ਬਰ ਤਿਆਰ ਹੋਏ। ਇਹਨਾਂ ਸ਼ਸਤਰਾਂ ਦੇ ਨਾਲ ਵੈਰੀ ਦੇ ਉੱਪਰ ਬੜੇ ਡਾਢੇ ਜ਼ਖਮ ਬਾਬਾ ਅਜੀਤ ਸਿੰਘ ਨੇ ਲਾ ਦੇਣੇ ਹਨ। ਦਈ ਪਿਤਾ ਪ੍ਰਦਰਸ਼ਨਾ ਸੋ ਬੰਦਨਾ ਹੈ ਠਾਨ। ਬਾਬਾ ਅਜੀਤ ਸਿੰਘ ਜੀਆਂ ਨੇ ਉਸ ਵੇਲੇ ਆਪਣੇ ਕਮਰ ਕੱਸੇ ਦੇ ਨਾਲ ਇੱਕ ਤਿੱਖੀ ਕਟਾਰ, ਇੱਕ ਸ਼ਸਤਰ ਹੋਇਆ ਕਰਦਾ, ਬੁੱਕਲ ਦਾ ਸ਼ਸਤਰ। ਜਦੋਂ ਵੈਰੀ ਗਾਲੀ ਪੈ ਜਾਵੇ ਉਸ ਵੇਲੇ ਵੱਖੀ ਦੇ ਵਿੱਚ ਮਾਰਨ ਵਾਸਤੇ ਸ਼ਸਤਰ ਹੁੰਦਾ ਹੈ। ਇਸ ਤਰ੍ਹਾਂ ਦੀ ਕਟਾਰ ਨਾਮ ਦਾ ਸ਼ਸਤਰ ਆਪਣੇ ਕਮਰ ਕੱਸੇ ਪੇਟੀ ਦੇ ਨਾਲ ਲਾਇਆ। ਇੱਕ ਹੱਥ ਦੇ ਵਿੱਚ ਬੜੀ ਸੋਹਣੀ ਬਰਛੀ, ਬੜੀ ਮਜ਼ਬੂਤ ਬਰਛੀ ਜਿਹੜੀ ਹੈ ਵੈਰੀਆਂ ਦੇ ਛਾਤੀ ਪਾੜਨ ਵਾਸਤੇ ਬਾਬਾ ਅਜੀਤ ਸਿੰਘ ਨੇ ਆਪਣੇ ਤਨ ਤੇ ਸਜਾਈ ਹੈ। ਸਾਰਾ ਕੁਝ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪਰਿਕਰਮਾ ਕੀਤੀਆਂ ਬਾਬਾ ਅਜੀਤ ਸਿੰਘ ਜੀਆਂ ਨੇ। ਪਰਿਕਰਮਾ ਕਰਕੇ ਬੰਦਨਾ ਹੈ ਠਾਨ ਕਹਿ, ਫਿਰ ਮੱਥਾ ਟੇਕਿਆ ਪਿਤਾ ਸਤਿਗੁਰੂ ਨੂੰ, ਆਗਿਆ ਮੰਗੀ ਮਹਾਰਾਜ ਹੁਣ ਸ਼ਸਤਰਾਂ ਦੇ ਨਾਲ ਬਿਲਕੁਲ ਤਿਆਰ ਹੋ ਗਿਆ ਹਾਂ, ਹੁਣ ਤੁਹਾਡੀ ਕੇਵਲ ਆਗਿਆ ਚਾਹੀਦੀ ਹੈ ਜੰਗ ਵੇ ਜਾਣ ਵਾਸਤੇ। ਇਸ ਤਰ੍ਹਾਂ ਤਿਆਰ ਹੋਏ ਹਨ। ਆਨੰਦ ਤੇ ਬਿਲੰਦ ਨੈਣ ਭੇ ਪ੍ਰਫੁੱਲ ਮਾਨ ਤੇ ਕੈ। ਬਾਬਾ ਅਜੀਤ ਸਿੰਘ ਜੀ ਇਸ ਵੇਲੇ ਪੂਰੇ ਆਨੰਦ ਦੇ ਸਮੇਤ ਨੇ, ਨੇਤਰ ਖਿੜੇ ਹੋਏ ਨੇ ਜਿਵੇਂ ਚਾਅ ਚੜਿਆ ਹੋਵੇ। ਕੋਈ ਉਦਾਸੀ ਨਹੀਂ ਹੈ ਜਾਂ ਕੋਈ ਰੋਣਾ ਨਹੀਂ ਹੈ, ਕੋਈ ਕਲਪਨਾ ਨਹੀਂ ਹੈ। ਘਰ ਦੇ ਵਿੱਚ ਨਿੱਕਾ ਜਿਹਾ ਕੋਈ ਕੰਮ ਗਲਤ ਹੋ ਜਾਵੇ ਨਾ ਬਜ਼ੁਰਗਾਂ ਤੋਂ, ਤੇ ਬੱਚੇ ਉਸ ਵੇਲੇ ਝਗੜਾ ਕਰਨ ਲੱਗ ਪੈਂਦੇ, ਇਹ ਕੰਮ ਖਰਾਬ ਕਰ ਦਿੱਤਾ, ਬੜਾ ਨੁਕਸਾਨ ਹੋ ਗਿਆ। ਵੱਡਾ ਭਾਰੀ ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੱਲਿਆ ਹੋਇਆ ਹੈ, ਪਰ ਬਾਬਾ ਅਜੀਤ ਸਿੰਘ ਜੀਆਂ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਹੈ, ਕੋਈ ਦੁੱਖ ਨਹੀਂ ਹੈ ਵੀ ਇਹ ਜੰਗ ਕਿਉਂ ਲੜਿਆ, ਆਪਾਂ ਕਿਉਂ ਫਸੇ ਆ, ਆਪਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਨਹੀਂ, ਨੇਤਰ ਉਸ ਵੇਲੇ ਖਿੜੇ ਹੋਏ ਤੇ ਚਿਹਰੇ ਦੇ ਉੱਪਰ ਬੜੀ ਪ੍ਰਸੰਨਤਾ ਹੈ। ਬਾਬਾ ਅਜੀਤ ਸਿੰਘ ਜੀ ਉਸ ਵੇਲੇ ਚੱਲੇ ਹਨ। ਚੱਲਿਓ ਉਸ ਪਾਰ ਠੌਰ ਕੋ ਜਥਾ ਮਿਰਦੰਗ ਭਾਈ ਭਾਈ ਬਿਨਾ। ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਸ਼ੇਰ ਨਿਕਲਦਾ ਨਾ ਆਪਣੇ ਘੁਰਨੇ ਵਿੱਚੋਂ ਬਾਹਰ, ਜਦੋਂ ਸ਼ੇਰ ਨਿਕਲਦਾ ਉਹਨੂੰ ਕਿਸੇ ਦਾ ਭੈ ਨਹੀਂ ਹੁੰਦਾ, ਆਪਣੀ ਮਸਤ ਚਾਲ ਚੱਲਦਾ, ਬਿਨਾਂ ਡਰ ਤੋਂ ਨਿਕਲਦਾ, ਕਿਉਂਕਿ ਉਹਨੂੰ ਪਤਾ ਵੀ ਮੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ, ਬਲਕਿ ਮੇਰੇ ਕੋਲੋਂ ਡਰਨਗੇ ਜਿੰਨੇ ਡਰਨਾ, ਮੈਂ ਤੇ ਜਾ ਕੇ ਵਾਰ ਕਰਨਾ। ਬਾਬਾ ਅਜੀਤ ਸਿੰਘ ਜੀ ਇਸ ਤਰ੍ਹਾਂ ਗੜੀ ਦੇ ਵਿੱਚੋਂ ਜਿਵੇਂ ਸ਼ੇਰ ਘੁਰਨੇ ਵਿੱਚੋਂ ਨਿਕਲਦਾ
ਤਿਆਰ ਹੋ ਕੇ ਚੱਲੇ ਹਨ। ਪਰਵੀਰ ਸੰਗ ਭੰਚ ਪੇਰ ਜਾਏ ਮਾਨ ਕੈ ਮਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੇ ਨਾਲ 5 ਸਿੰਘ ਉਸ ਵੇਲੇ ਤਿਆਰ ਹੋਏ। ਜਿਹੜੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾਣਗੇ, ਇਹ ਤੇ ਗੁਰਮੁਖੋ ਬਾਬਾ ਅਜੀਤ ਸਿੰਘ ਜੀ ਤਿਆਰ ਹੋਏ ਨਾ। ਹੁਣ ਮਹਾਰਾਜ ਦੇ 5 ਸਿੰਘ ਉਹ ਕਿਹੜੇ ਸਨ ਜਿਹੜੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਰਲ ਕੇ ਜੰਗ ਨੂੰ ਲੜਨਗੇ? ਕਿਵੇਂ ਤਿਆਰ ਹੋਣਗੇ ਔਰ ਜੰਗ ਵਿੱਚ ਜਾ ਕੇ ਕਿਵੇਂ ਸ਼ਹੀਦੀਆਂ ਪਾਉਂਦੇ? ਬਾਬਾ ਅਜੀਤ ਸਿੰਘ ਜੀ ਕਿਸ ਜਗ੍ਹਾ ਤੇ ਜਾ ਕੇ ਸ਼ਹੀਦ ਹੋਏ? ਇਹ ਬਚਨ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖੈ ਖੇਨ ਖੇਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ। ਵਾਹਿਗੁਰੂ ਜੀ ਕਾ ਖਾਲਸਾ।